ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਨਲਾਈਨ ਕਲਾਸ ਦੇ ਵਿੱਚ। ਆਪਾਂ ਇਸ ਕਲਾਸ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦਾ ਪੁਰਾਣਾ ਪੇਪਰ ਹੋਇਆ ਸੀ ਲਾਸਟ ਟਾਈਮ, ਉਹਦੇ ਜਿਹੜੇ ਕੁਐਸਚਨਸ ਆਏ ਸੀ ਜੀਕੇ ਵਾਲੇ ਕੁਐਸਚਨਸ, ਉਹ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਪੁਰਾਣੇ ਕੁਐਸਚਨਸ ਕਰਨ ਦੇ ਨਾਲ ਇੱਕ ਫਾਇਦਾ ਜ਼ਰੂਰ ਹੁੰਦਾ ਸਟੂਡੈਂਟਸ ਕਿ ਆਪਾਂ ਨੂੰ ਆਪਣੀ ਤਿਆਰੀ ਦਾ ਪਤਾ ਚੱਲ ਜਾਂਦਾ, ਪਲੱਸ ਇੱਕ ਆਪਣੇ ਕੋਲ ਆਈਡੀਆ ਹੋ ਜਾਂਦਾ ਕਿ ਪੇਪਰ ਦੇ ਵਿੱਚ ਕੁਐਸਚਨਸ ਜਿਹੜੇ ਉਹ ਇਸ ਬੇਸ ਤੇ ਆਉਂਦੇ ਆ। ਠੀਕ, ਤਾਂ ਆਪਾਂ ਸਟਾਰਟ ਕਰਦੇ ਹਾਂ। ਅੱਛਾ, ਇੱਕ ਹੋਰ ਇੰਪੋਰਟੈਂਟ ਨਿਊਜ਼ ਹੈ ਕਿ ਇਸ ਲੈਕਚਰ ਦੀ ਜਿਹੜੀ PDF ਹੈ ਨਾ, ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜਾਏਗੀ। ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜਾ ਕੇ ਉਹਨੂੰ ਜੁਆਇਨ ਕਰ ਲਓ। ਜੋ ਵੀ ਇਨਫੋਰਮੇਸ਼ਨ ਮੈਂ ਨੋਟ ਕਰ ਰਿਹਾ ਹੋਊਗਾ, ਜਿਹੜੇ ਕੁਐਸਚਨਸ ਦੀ ਐਕਸਪਲੇਨੇਸ਼ਨ ਦੇ ਰਿਹਾ ਹੋਊਗਾ ਲਿਖ ਕੇ, ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਐਜ਼ ਇਟ ਇਜ਼ ਹੀ ਮਿਲ ਜਾਏਗੀ। ਤੁਸੀਂ ਇਸ ਚੀਜ਼ ਦੀ ਜਿਹੜੀ ਹੈ ਕਾਪੀ ਕਰ ਸਕਦੇ ਹੋ, ਪ੍ਰਿੰਟ ਵੀ ਕਢਵਾ ਸਕਦੇ ਹੋ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਫਸਟ ਕੁਐਸਚਨ ਹੈ ਵਰਲਡ ਐਨਵਾਇਰਨਮੈਂਟ ਡੇ ਕਦੋਂ ਆਬਜ਼ਰਵ ਕੀਤਾ ਜਾਂਦਾ ਹੈ? ਤਾਂ ਵਰਲਡ ਐਨਵਾਇਰਨਮੈਂਟ ਡੇ ਜਿਹੜਾ ਆਬਜ਼ਰਵ ਕੀਤਾ ਜਾਂਦਾ ਹੈ, ਇਹ ਆਬਜ਼ਰਵ ਕੀਤਾ ਜਾਂਦਾ ਹੈ ਕਦੋਂ? 5 ਜੂਨ ਨੂੰ। ਤਾਂ 5 ਜੂਨ ਨੂੰ ਵਰਲਡ ਐਨਵਾਇਰਨਮੈਂਟ ਡੇ ਆਬਜ਼ਰਵ ਕੀਤਾ ਜਾਂਦਾ ਹੈ। ਹੁਣ ਇਹਦੇ ਨਾਲ ਰਿਲੇਟਿਡ ਕੁਝ ਕੁ ਕੁਐਸਚਨਸ ਆਪਾਂ ਡੇਜ਼ ਦੇ ਵਿੱਚੋਂ ਦੇਖੋ, ਇੱਕ ਕੁਐਸਚਨਸ ਬਣਦਾ ਆਪਣੇ ਪੇਪਰ ਦੇ ਵਿੱਚ, ਤਾਂ ਆਪਾਂ ਐਨਵਾਇਰਨਮੈਂਟ ਦੇ ਰਿਲੇਟਿਡ ਹੋਰ ਜਿਹੜੇ ਵੀ ਇੰਪੋਰਟੈਂਟ ਡੇਜ਼ ਆ ਉਹ ਡਿਸਕਸ ਕਰ ਲੈਂਦੇ ਹਾਂ। ਜਿਵੇਂ ਫਸਟ, ਅਗਰ ਆਪਾਂ ਫੈਬ ਦੇ ਵਿੱਚ ਦੇਖਾਂਗੇ ਤਾਂ 2 ਫੈਬ 2 ਫਰਵਰੀ ਨੂੰ ਇੱਕ ਡੇ ਸੈਲੀਬ੍ਰੇਟ ਕੀਤਾ ਜਾਂਦਾ, ਕਾਫੀ ਇੰਪੋਰਟੈਂਟ ਹੈ। ਵਰਲਡ ਵੈਟਲੈਂਡ ਡੇ, ਵਰਲਡ ਵੈਟਲੈਂਡ ਡੇ, ਵਰਲਡ ਵੈਟਲੈਂਡ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਆਬਜ਼ਰਵ ਕੀਤਾ ਜਾਂਦਾ? 2 ਫਰਵਰੀ ਨੂੰ। ਕਿਉਂ ਕੀਤਾ ਜਾਂਦਾ? ਕਿਉਂਕਿ ਇਹ ਜਿਹੜਾ ਡੇ ਹੈ ਇਹ ਆਪਣੇ ਵੈਟਲੈਂਡਸ ਨੂੰ ਸੰਭਾਲਣ ਵਾਸਤੇ ਕੀ ਹੈ, ਆਪਾਂ ਸਾਰਿਆਂ ਨੂੰ ਇੰਸਪਾਇਰ ਕਰਦਾ ਹੈ। ਠੀਕ ਹੈ, ਇਸ ਵਾਰੀ ਜਿਹੜਾ ਇਹਦਾ ਥੀਮ ਸੀ ਵਰਲਡ ਵੈਟਲੈਂਡ ਡੇ ਦਾ, ਜਿਹੜਾ 2021 ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ, ਤਾਂ ਇਹਦਾ ਜਿਹੜਾ ਥੀਮ ਸੀ ਵੈਟਲੈਂਡਸ ਐਂਡ ਵਾਟਰ, ਵੈਟਲੈਂਡਸ ਐਂਡ ਵਾਟਰ। ਠੀਕ ਹੈ ਜੀ, ਤਾਂ ਇਸ ਵਾਰੀ ਇਹਦਾ ਥੀਮ ਕੀ ਸੀ? ਵੈਟਲੈਂਡਸ ਐਂਡ ਵਾਟਰ। ਕਈ ਵਾਰੀ ਪੇਪਰ ਦੇ ਵਿੱਚ ਥੀਮ ਪੁੱਛਿਆ ਜਾਂਦਾ ਹੈ, ਡੇ ਜਿਹੜਾ ਕੀ ਆ ਉਹ ਨਹੀਂ ਪੁੱਛਿਆ ਜਾਂਦਾ। ਨੈਕਸਟ, ਇਸੇ ਨਾਲ ਕੁਝ ਕੁ ਹੋਰ ਇੰਪੋਰਟੈਂਟ ਡੇਜ਼ ਦੀ ਗੱਲ ਕਰੀਏ ਆਪਾਂ ਐਨਵਾਇਰਨਮੈਂਟ ਦੇ ਪਰਸਪੈਕਟਿਵ 'ਚ ਹੀ। 3 ਮਾਰਚ ਨੂੰ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, 3 ਮਾਰਚ ਨੂੰ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਿਹੜਾ ਡੇ ਹੁੰਦਾ? ਵਰਲਡ ਵਾਈਲਡ ਲਾਈਫ ਡੇ, ਵਰਲਡ ਵਾਈਲਡ ਲਾਈਫ ਡੇ। ਠੀਕ ਹੈ ਜੀ, ਇਹ ਵੀ ਕਾਫੀ ਇੰਪੋਰਟੈਂਟ ਹੈ। 3 ਮਾਰਚ ਨੂੰ ਡੇ ਕਿਹੜਾ? ਵਰਲਡ ਵਾਈਲਡ ਲਾਈਫ ਡੇ। ਨੈਕਸਟ, ਇਸ ਤੋਂ ਨੈਕਸਟ ਅਗਲੇ ਮਹੀਨੇ ਦੇ ਵਿੱਚ, ਮਾਰਚ ਦੇ ਮਹੀਨੇ ਦੇ ਵਿੱਚ ਹੋਰ ਆਪਾਂ ਗੱਲ ਕਰੀਏ ਤਾਂ 22 ਮਾਰਚ ਨੂੰ, 22 ਮਾਰਚ ਨੂੰ ਇੱਕ ਡੇ ਸੈਲੀਬ੍ਰੇਟ ਕੀਤਾ ਜਾਂਦਾ। ਇਹ ਵੀ ਕਾਫੀ ਇੰਪੋਰਟੈਂਟ ਹੈ ਡੇਜ਼ ਦੇ ਵਿੱਚੋਂ। ਵਰਲਡ ਵਾਟਰ ਡੇ, ਵਰਲਡ ਵਾਟਰ ਡੇ। ਹਾਂਜੀ, ਇਹਦੇ ਨਾਲ ਰਿਲੇਟਿਡ ਇੱਕ ਹੋਰ ਵੀ ਕਰੰਟ ਅਫੇਅਰਸ ਦੇ ਵਿੱਚ ਵੀ ਹੈਗਾ ਸੀ, ਆਪਾਂ ਡਿਸਕਸ ਕਰਦੇ ਹਾਂ। ਪਹਿਲਾਂ ਦੇ ਥੀਮ ਦੀ ਗੱਲ ਕਰੀਏ ਵਰਲਡ ਵਾਟਰ ਡੇ, ਵੈਲੂਇੰਗ ਵਾਟਰ। ਇਹਦਾ ਜਿਹੜਾ ਇਸ ਵਾਰੀ ਦਾ ਜਿਹੜਾ ਥੀਮ ਸੀ ਉਹ ਕੀ ਸੀ? ਵੈਲੂਇੰਗ ਵਾਟਰ 2021 ਦਾ। 22 ਮਾਰਚ ਨੂੰ ਵਰਲਡ ਵਾਟਰ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਸ ਵਾਰੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਵਾਟਰ ਦੇ ਨਾਲ ਰਿਲੇਟਿਡ। ਇਹ ਰਿਪੋਰਟ ਕਿੰਨੇ ਦਿੱਤੀ ਹੈ? WWF ਨੇ ਇਹ ਰਿਪੋਰਟ ਜਾਰੀ ਕੀਤੀ ਹੈ, ਵਰਲਡ ਵਾਈਡ ਫੰਡ ਫॉर ਨੇਚਰ ਨੇ। ਇੱਕ ਆਰਗੇਨਾਈਜੇਸ਼ਨ ਹੈ ਜਿਨਨੇ ਇਹ ਰਿਪੋਰਟ ਸਾਹਮਣੇ ਦਿੱਤੀ ਹੈ, ਮਤਲਬ ਇਸ ਵਾਰੀ ਦਿੱਤੀ ਹੈ। ਇਹਨੇ ਕੀ ਕਿਹਾ ਕਿ 2050 ਤੱਕ, 2050 ਤੱਕ ਇੰਡੀਆ ਦੇ ਜਿਹੜੇ ਟੋਟਲ, ਇੰਡੀਆ ਦੇ ਟੋਟਲ 30 ਜਿਹੜੀਆਂ ਸਿਟੀਜ਼ ਇਹੋ ਜਿਹੀਆਂ ਹੋਣਗੀਆਂ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਊਗੀ, ਮਤਲਬ ਪਾਣੀ ਦੀ ਇੱਕ ਬੂੰਦ ਵਾਸਤੇ ਵੀ ਲੋਕ ਤਰਸਣਗੇ। ਤਾਂ ਇਹ ਰਿਪੋਰਟ ਹੁਣੇ ਸਾਹਮਣੇ ਆਈ ਹੈ, ਕਰੰਟ ਅਫੇਅਰਸ ਦੇ ਵਿੱਚ ਸੀ। ਜਿਹੜੀਆਂ 30 ਸਿਟੀਜ਼ ਹੈ ਇੰਡੀਆ ਦੀਆਂ, ਇਹਦੇ ਵਿੱਚੋਂ ਪੰਜਾਬ ਦੀਆਂ ਕਿਹੜੀਆਂ? ਪੰਜਾਬ ਦੀਆਂ ਵੀ ਹੈਗੀਆਂ ਸਿਟੀਜ਼। ਪੰਜਾਬ ਦੀਆਂ ਸਿਟੀਜ਼ ਨੂੰ ਤੁਸੀਂ ਯਾਦ ਕਿਵੇਂ ਕਰਨਾ? ਜਲ ਤੋਂ, JAL, ਜਲ। ਜੇ ਤੇ ਕਿਹੜੀ ਸਿਟੀ ਹੈ? ਜਲੰਧਰ, ਜਲੰਧਰ ਸਿਟੀ ਦੇ ਵਿੱਚ ਪਾਣੀ ਦੀ ਕਮੀ ਹੋ ਜਾਊਗੀ। A ਫॉर ਅੰਮ੍ਰਿਤਸਰ, ਅੰਮ੍ਰਿਤਸਰ, ਐਂਡ L ਫॉर ਲੁਧਿਆਣਾ। ਤਾਂ 3 ਸਿਟੀਜ਼ ਪੰਜਾਬ ਦੀਆਂ ਹੈਗੀਆਂ। ਇਸ ਤੋਂ ਬਿਨਾਂ ਚੰਡੀਗੜ੍ਹ ਵੀ ਇਸ ਰਿਪੋਰਟ ਦੇ ਵਿੱਚ ਇਨਕਲੂਡਡ ਹੈ, ਚੰਡੀਗੜ੍ਹ।
ठीक है जी। ਤਾਂ ਆਹ ਵਾਲੀਆਂ ਜਿਹੜੀਆਂ ਸਿਟੀਜ਼ ਹੈਗੀਆਂ ਇਹ ਨਿਊਜ਼ ਦੇ ਵਿੱਚ ਹੈਗੀਆਂ ਸੀ, ਇੱਥੇ 2050 ਤੱਕ ਪਾਣੀ ਦੀ ਕਮੀ ਹੋ ਜਾਊਗੀ, ਸਕੈਰਸਿਟੀ ਆ ਜਾਊਗੀ। ਨੈਕਸਟ ਡੇ ਦੀ ਗੱਲ ਕਰੀਏ ਤਾਂ 22 ਅਪ੍ਰੈਲ, ਨੈਕਸਟ ਆਪਾਂ ਇੱਥੇ ਲਿਖ ਦਿੰਦੇ ਹਾਂ 22 ਆਫ ਅਪ੍ਰੈਲ ਨੂੰ ਵੀ ਇੱਕ ਡੇ ਸੈਲੀਬ੍ਰੇਟ ਕੀਤਾ ਜਾਂਦਾ, ਇਹ ਵੀ ਕਾਫੀ ਇੰਪੋਰਟੈਂਟ ਹੈ। ਕਿਹੜਾ ਡੇ ਹੈ? ਇੰਟਰਨੈਸ਼ਨਲ ਅਰਥ ਡੇ, ਜਾਂ ਸਿੰਪਲੀ ਇਹਨੂੰ ਅਰਥ ਡੇ ਵੀ ਆਪਾਂ ਕਹਿ ਦਿੰਦੇ ਹਾਂ। ਅਰਥ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਕਦੋਂ? 22 ਅਪ੍ਰੈਲ ਨੂੰ। ਇਸ ਵਾਰੀ ਇਹਦਾ ਜਿਹੜਾ ਥੀਮ ਸੀ ਅਰਥ ਡੇ ਦਾ, ਰੀਸਟੋਰ ਆਵਰ ਅਰਥ, ਰੀਸਟੋਰ ਆਵਰ ਅਰਥ, ਠੀਕ ਹੈ ਜੀ। ਨੈਕਸਟ ਹਾਂਜੀ, ਡੇਜ਼ ਦੇ ਵਿੱਚੋਂ ਹੀ ਹੋਰ ਡੇਜ਼ ਦੀ ਗੱਲ ਕੀਤੀ ਜਾਵੇ ਸਿਰਫ ਐਨਵਾਇਰਨਮੈਂਟ ਦੇ ਪਰਸਪੈਕਟਿਵ 'ਚ ਹੀ, ਤਾਂ 22 ਮਈ ਨੂੰ, 22 ਮਈ ਨੂੰ ਵੀ ਇੱਕ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹ ਤਿੰਨੋਂ ਦਿਨ ਆਪਾਂ ਇਕੱਠੇ ਹੀ ਯਾਦ ਕਰ ਲਾਂਗੇ, 22 ਮਾਰਚ, 22 ਅਪ੍ਰੈਲ ਤੇ 22 ਮਈ। 22 ਮਈ ਨੂੰ ਜਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ, ਬਾਇਓਡਾਇਵਰਸਿਟੀ ਡੇ, ਠੀਕ ਹੈ ਜੀ। ਇਹ ਵੀ ਕਾਫੀ ਇੰਪੋਰਟੈਂਟ ਹੈ, ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ। ਤੁਸੀਂ ਇਹ ਦੇਖੋ ਆਲਮੋਸਟ ਹਰ ਇੱਕ ਮਹੀਨੇ ਦੇ ਵਿੱਚ ਇੱਕ ਜਿਹੜਾ ਦਿਨ ਹੈ ਉਹ এনवायरमेंट ਦੇ ਪ੍ਰਤੀ ਆ ਹੀ ਰਿਹਾ, ਡਿਸਕਸ ਹੋ ਹੀ ਰਿਹਾ। ਇਸ ਵਾਰੀ ਜਿਹੜਾ ਇਹਦਾ ਥੀਮ ਸੀ ਬਾਇਓਡਾਇਵਰਸਿਟੀ ਡੇ ਦਾ ਥੀਮ ਕੀ ਸੀ? ਵੀ ਆਰ ਪਾਰਟ ਆਫ ਦਾ ਸੋਲਿਊਸ਼ਨ, ਵੀ ਆਰ ਪਾਰਟ ਆਫ ਦਾ ਸੋਲਿਊਸ਼ਨ, ਪਾਰਟ ਆਫ ਦਾ ਸੋਲਿਊਸ਼ਨ, ਠੀਕ ਹੈ ਜੀ। ਤਾਂ ਇਹ ਇਹਦਾ ਇਸ ਵਾਰੀ ਦਾ ਥੀਮ ਸੀ। ਹਾਂਜੀ, ਨੈਕਸਟ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਵਾਇਰਲ ਡਿਜ਼ੀਜ਼, ਤਾਂ ਕਿਹੜੀ ਵਾਇਰਲ ਡਿਜ਼ੀਜ਼ ਨਹੀਂ ਹੈਗੀ ਇਹਨਾਂ ਵਿੱਚੋਂ? ਤਾਂ ਦੇਖੋ ਇਹਨਾਂ ਧਿਆਨ ਨਾਲ, ਅਗਰ ਤੁਸੀਂ ਡਿਜ਼ੀਜ਼ ਕੀਤੀਆਂ ਹੋਣਗੀਆਂ ਤਾਂ ਵਾਇਰਲ ਡਿਜ਼ੀਜ਼ ਕਿਹੜੀ ਨਹੀਂ ਹੈਗੀ? ਚਿਕਨ ਪੌਕਸ ਕੀ ਇਹ ਵਾਇਰਲ ਡਿਜ਼ੀਜ਼ ਹੈ? ਡੈਫੀਨੇਟਲੀ ਚਿਕਨ ਪੌਕਸ ਕੀ ਇੱਕ ਵਾਇਰਲ ਡਿਜ਼ੀਜ਼ ਹੈਗੀ ਹੈ। ਜੇ ਚਿਕਨ ਪੌਕਸ ਵਾਇਰਲ ਡਿਜ਼ੀਜ਼ ਹੈ ਤਾਂ ਆਪਾਂ ਜੇ ਗੱਲ ਕਰੀਏ ਤਾਂ ਇਹ ਕਿਹੜੇ ਵਾਇਰਸ ਦੇ ਨਾਲ ਹੁੰਦੀ ਹੈ? ਚਿਕਨ ਪੌਕਸ, ਇਹਦਾ ਵਾਇਰਸ ਦਾ ਨਾਮ ਕੀ ਹੈ? ਹਾਂਜੀ, ਚਿਕਨ ਪੌਕਸ ਦੇ ਵਾਇਰਸ ਦਾ ਨਾਮ ਹੈ ਵੈਰੀਸੈਲਾ, ਵੈਰੀਸੈਲਾ। ਨੈਕਸਟ ਏਡਸ ਵੀ ਵਾਇਰਲ ਡਿਜ਼ੀਜ਼ ਹੈ, ਇਹਦੇ ਵਾਇਰਸ ਦਾ ਨਾਮ ਕੀ ਹੈ? HIV। ਕੋਮਨ ਕੋਲਡ ਵੀ ਵਾਇਰਸ ਡਿਜ਼ੀਜ਼ ਹੈ। ਕਾਫੀ ਸਾਰੇ ਵਾਇਰਸ ਦਾ ਇਹਦੇ ਵਿੱਚ ਸਮੂਹ ਹੁੰਦਾ, ਇਕੱਠ ਹੁੰਦਾ, ਜਿਹਨੂੰ ਆਪਾਂ ਕੀ ਕਹਿੰਦੇ ਆ? ਰਾਈਨੋ ਵਾਇਰਸ ਕਹਿੰਦੇ ਆ। ਜਿਹੜਾ ਨਿਮੋਨੀਆ, ਐਕਚੁਅਲੀ ਇਹ ਵਾਇਰਸ ਡਿਜ਼ੀਜ਼ ਨਹੀਂ ਹੈਗੀ, ਇਹ ਇੱਕ ਬੈਕਟੀਰੀਅਲ ਪਲੱਸ ਫੰਗਲ ਡਿਜ਼ੀਜ਼ ਹੈ। ਤਾਂ ਕੋਮਨਲੀ ਇਹਨੂੰ ਆਪਾਂ ਬੈਕਟੀਰੀਅਲ ਡਿਜ਼ੀਜ਼ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਤਾਂ ਆਪਣੇ ਕੋਲ ਆਨਸਰ ਕੀ ਆ ਜਾਏਗਾ? ਸੈਕਿੰਡ ਦਾ, ਨਿਮੋਨੀਆ ਜਿਹੜਾ ਉਹ ਵਾਇਰਲ ਡਿਜ਼ੀਜ਼ ਨਹੀਂ ਹੈਗੀ। ਨੈਕਸਟ ਹਾਂਜੀ, ਤੀਜੇ ਕਰੰਟ ਅਫੇਅਰਸ ਤੇ ਮੂਵ ਕਰਦੇ ਆਪਾਂ। ਤੀਜੇ ਕੁਐਸਚਨ ਤੇ ਸੌਰੀ, ਇਟ ਇਜ਼ ਨੋਟ ਐਡਵਾਈਜ਼ੇਬਲ ਟੂ ਸਲੀਪ ਅੰਡਰ ਅ ਟਰੀ ਐਟ ਨਾਈਟ, ਮਤਲਬ ਇਹ ਕਿਹਾ ਜਾਂਦਾ ਵੀ ਤੁਸੀਂ ਕੀ ਹੈ ਰੁੱਖ ਦੇ ਥੱਲੇ ਨਹੀਂ ਸੋਣਾ, ਕਦੋਂ? ਰਾਤ ਨੂੰ। ਕਿਉਂ? ਇਹਦਾ ਕਾਰਨ ਕੀ ਹੈ? ਫਸਟ ਅਗਰ ਆਪਾਂ ਗੱਲ ਕਰੀਏ, ਫਸਟ ਆਪਸ਼ਨ ਰਿਲੀਜ਼ ਆਫ ਲੈਸ ਆਕਸੀਜਨ, ਮਤਲਬ ਕੀ ਹੈ ਰਾਤ ਨੂੰ ਘੱਟ ਆਕਸੀਜਨ ਛੱਡਦਾ ਹੈ। ਦੂਸਰੀ ਆਪਸ਼ਨ ਰਿਲੀਜ਼ ਆਫ ਮੋਰ ਆਕਸੀਜਨ, ਜੇ ਉਹ ਜ਼ਿਆਦਾ ਆਕਸੀਜਨ ਛੱਡੂਗਾ ਤਾਂ ਆਪਾਂ ਨੂੰ ਫਾਇਦਾ ਹੀ ਹੈ, ਇਹਦਾ ਮਤਲਬ ਪਹਿਲੀ ਆਪਸ਼ਨ ਤਾਂ ਨਹੀਂ ਆ ਸਕਦੀ। ਨੈਕਸਟ ਦੇਖਦੇ ਹਾਂ ਆਪਾਂ, ਰਿਲੀਜ਼ ਆਫ ਕਾਰਬਨ ਮੋਨੋਆਕਸਾਈਡ, ਜਿਹੜੇ ਪਲਾਂਟਸ ਆ ਕਾਰਬਨ ਮੋਨੋਆਕਸਾਈਡ ਗੈਸ ਤਾਂ ਕਦੇ ਵੀ ਨਹੀਂ ਛੱਡਦੇ। ਹੁਣ ਆਪਣੇ ਕੋਲ ਫਸਟ ਐਂਡ ਫੋਰਥ ਆਪਸ਼ਨ ਬਚੀ, ਰਿਲੀਜ਼ ਆਫ ਕਾਰਬਨ ਡਾਈਆਕਸਾਈਡ, ਤਾਂ ਫੋਰਥ ਆਪਸ਼ਨ ਆਪਣੇ ਕੋਲ ਠੀਕ ਹੋਏਗੀ। ਕੀ ਹੁੰਦਾ ਹੈ ਆਪਾਂ ਇਹਨੂੰ ਧਿਆਨ ਨਾਲ ਸਮਝਦੇ ਹਾਂ। ਫੋਰਥ ਆਪਸ਼ਨ ਰਿਲੀਜ਼ ਆਫ ਕਾਰਬਨ ਡਾਈਆਕਸਾਈਡ, ਰਾਤ ਨੂੰ ਜਿਹੜੇ ਪਲਾਂਟਸ ਜਿਹੜੇ ਹੁੰਦੇ ਆ ਉਹ ਨਾਈਟ ਟਾਈਮ ਤੇ ਕੀ ਕਰਦੇ ਆ? ਆਕਸੀਜਨ ਨੂੰ ਇਨਹੇਲ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ ਸਟਾਰਟ ਕਰ ਦਿੰਦੇ ਆ। ਕਾਰਬਨ ਡਾਈਆਕਸਾਈਡ ਬਾਹਰ ਨਿਕਲਣ ਲੱਗ ਪੈਂਦੀ ਹੈ ਪਲਾਂਟਸ ਚੋਂ। ਹੁਣ ਜੇ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਪਈ ਆ, ਅਗਰ ਕੋਈ ਇਨਸਾਨ ਕਿਸੇ ਰੁੱਖ ਦੇ ਨੀਚੇ ਸੁੱਤਾ ਹੋਊਗਾ ਤਾਂ ਉਹਨੂੰ ਕੀ ਹੋਊਗਾ? ਕਾਰਬਨ ਡਾਈਆਕਸਾਈਡ ਉਹਦੇ ਕੋਲ ਤੱਕ ਪਹੁੰਚ ਰਹੀ ਹੈ। ਇਹ ਚੀਜ਼ ਤਾਂ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਕਾਰਬਨ ਡਾਈਆਕਸਾਈਡ ਦੀ ਲੋੜ ਹੀ ਨਹੀਂ ਹੁੰਦੀ। ਤਾਂ ਕਰਕੇ ਕਿਹਾ ਜਾਂਦਾ ਵੀ ਰਾਤ ਨੂੰ ਦਰਖਤ ਦੇ ਥੱਲੇ ਨਹੀਂ ਸੋਣਾ। ਨੈਕਸਟ ਐਕਚੁਅਲੀ ਇਹ ਜਿਹੜਾ ਕੁਐਸਚਨ ਹੈ ਫੋਰਥ, ਇਹ ਕਰੰਟ ਅਫੇਅਰਸ ਦੇ ਵਿੱਚੋਂ ਸੀ, ਆਪਾਂ ਨਾਲ ਲੈਂਦਾ ਕੀ ਹੈ ਕੁਝ ਕੁ ਕੁਐਸਚਨ ਡਿਸਕਸ ਕਰ ਲੈਂਦੇ ਹਾਂ। ਕੁਡਨਕੁਲਮ ਜਿਹੜਾ ਫੇਮਸ ਹੈ, ਐਕਚੁਅਲੀ ਨਿਊਜ਼ ਦੇ ਵਿੱਚ ਸੀ ਕੁਡਨਕੁਲਮ। ਤਾਂ ਕਿਉਂ ਸੀਗਾ ਕੁਡਨਕੁਲਮ? ਇੱਥੇ ਕੀ ਥਰਮਲ ਪਾਵਰ ਪਲਾਂਟ ਲਗਾਇਆ ਗਿਆ? ਨਹੀਂ। ਬਾਇਓਸਫੀਅਰ ਰਿਜ਼ਰਵ ਹੈ? ਨਹੀਂ। ਪੋਰਟ ਇਨ ਤਾਮਿਲਨਾਡੂ? ਨਹੀਂ ਜੀ। ਤਾਂ ਇੱਥੇ ਕੀ ਹੈ ਰੀਸੈਂਟਲੀ, ਮਤਲਬ ਉਸ ਟਾਈਮ ਤੇ ਜਦੋਂ ਪੇਪਰ ਹੋਇਆ ਸੀ ਤਾਂ ਉਦੋਂ ਹੀ 2016 ਦੇ ਵਿੱਚ ਇੱਥੇ ਨਿਊਕਲੀਅਰ ਪਾਵਰ ਪਲਾਂਟ ਲਗਾਇਆ ਗਿਆ ਸੀ, ਜਿਹਦਾ ਨਾਮ ਵੀ ਕੀ ਹੈ? ਕੁਡਨਕੁਲਮ ਨਿਊਕਲੀਅਰ ਪਾਵਰ ਪਲਾਂਟ। ਤਾਮਿਲਨਾਡੂ ਸਟੇਟ ਦੇ ਵਿੱਚ ਇਹ ਲਗਾਇਆ ਗਿਆ, ਠੀਕ ਹੈ ਜੀ। ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਸੀ।
हाँ जी, जे हुण तुहानूं पता है कि अपने सारे ਜਿਹੜੇ ਜਿੱਥੇ ਜਿੱਥੇ ਨਿਊਕਲੀਅਰ ਪਾਵਰ ਪਲਾਂਟਸ ਲੱਗ ਰਹੇ ਆ ਜਾਂ ਲੱਗੇ ਹੋਏ ਆ ਇੰਡੀਆ ਦੇ ਵਿੱਚ, ਕਿੱਥੇ ਕਿੱਥੇ ਹੈਗੇ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋਗੇ। ਹਾਂਜੀ, ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ, ਸਾਰੇ ਜਹਾਂ ਸੇ ਅੱਛਾ। ਇਹ ਜਿਹੜਾ ਸੌਂਗ ਹੈ ਇਹ ਕਿਹਨਾਂ ਨੇ ਲਿਖਿਆ, ਰਾਈਟਰ ਕੌਣ ਹੈ ਇਹਨਾਂ ਦਾ, ਸਾਰੇ ਜਹਾਂ ਸੇ ਅੱਛਾ? ਰਵਿੰਦਰਨਾਥ ਟੈਗੋਰ? ਨਹੀਂ ਜੀ, ਰਵਿੰਦਰਨਾਥ ਟੈਗੋਰ ਜੀ ਨੇ ਕੀ ਲਿਖਿਆ ਹੋਇਆ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਾਂ ਪੜ੍ਹਦੇ ਹਾਂ ਨੈਸ਼ਨਲ ਐਂਥਮ ਆਪਣਾ ਜਨ ਗਨ ਮਨ, ਇਹ ਕਿਹਨਾਂ ਨੇ ਲਿਖਿਆ, ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਜਨ ਗਨ ਮਨ। ਠੀਕ ਹੈ ਜੀ। ਮੁਹੰਮਦ ਇਕਬਾਲ ਜੀ ਨੇ ਲਿਖਿਆ ਸੀ ਸਾਰੇ ਜਹਾਂ ਸੇ ਅੱਛਾ। ਮੁਹੰਮਦ ਇਕਬਾਲ ਜੀ ਬੇਸਿਕਲੀ ਇੱਕ ਉਰਦੂ ਪੋਇਟ ਸੀ, ਠੀਕ ਹੈ, ਜਿਨ੍ਹਾਂ ਨੇ ਇਹ ਸੌਂਗ ਲਿਖਿਆ ਸੀ। ਔਰ ਫਸਟ ਟਾਈਮ ਇਹ ਪਬਲਿਸ਼ ਕਦੋਂ ਕੀਤਾ ਗਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ? ਇਹ ਜਿਹੜਾ ਸੌਂਗ ਹੈ ਫਸਟ ਟਾਈਮ ਪਬਲਿਸ਼ ਕਦੋਂ ਕੀਤਾ ਗਿਆ ਸੀ, 1904 ਦੇ ਵਿੱਚ, 1904। ਡੇਟ ਵੀ ਅਗਰ ਮੈਂਸ਼ਨ ਕਰਨੀ ਹੈ ਤਾਂ ਤੁਸੀਂ ਡੇਟ ਵੀ ਲਿਖ ਸਕਦੇ ਹੋ, 16 ਅਗਸਤ 1904 ਨੂੰ ਇਹ ਪਬਲਿਸ਼ ਕੀਤਾ ਗਿਆ ਸੀ ਲਿਖਤੀ ਰੂਪ ਦੇ ਵਿੱਚ। ਨੈਕਸਟ, ਗੈਸ ਯੂਜ਼ਡ ਫॉर ਆਰਟੀਫਿਸ਼ੀਅਲ ਰਾਈਪਨਿੰਗ ਆਫ ਗ੍ਰੀਨ ਫਰੂਟ, ਮਤਲਬ ਕੋਈ ਵੀ ਫਰੂਟ ਹੈ ਉਹਨੂੰ ਉਹਦੀ ਜਿਹੜੀ ਰਾਈਪਨਿੰਗ ਵਾਸਤੇ, ਉਹਨੂੰ ਪਕਾਉਣ ਵਾਸਤੇ ਜਿਹੜਾ ਗੈਸ ਯੂਜ਼ ਕੀਤੀ ਜਾਂਦੀ ਹੈ, ਤਾਂ ਕਿਹੜੀ ਗੈਸ ਯੂਜ਼ ਕੀਤੀ ਜਾਂਦੀ ਹੈ? ਈਜ਼ੀ ਕੁਐਸਚਨ ਹੈ ਵੈਸੇ ਇਹ, ਤਾਂ ਕਿਹੜੀ ਗੈਸ ਯੂਜ਼ ਕੀਤੀ? ਐਕਚੁਅਲੀ ਇਹ ਸਾਇੰਸ ਦੇ ਵਿੱਚੋਂ ਜਿਹੜਾ ਕੁਐਸਚਨ ਆਇਆ ਹੋਇਆ, ਤਾਂ ਗੈਸ ਕਿਹੜੀ ਯੂਜ਼ ਕੀਤੀ ਜਾਂਦੀ ਹੈ? ਇਥਾਈਲਿਨ ਗੈਸ ਜਿਹੜੀ ਹੈ ਇਹ ਯੂਜ਼ ਕੀਤੀ ਜਾਂਦੀ ਹੈ ਰਾਈਪਨਿੰਗ, ਆਰਟੀਫਿਸ਼ੀਅਲ ਰਾਈਪਨਿੰਗ ਵਾਸਤੇ। ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ, ਬਨਾਨਾ ਵਗੈਰਾ ਜਿਹੜੇ ਹੁੰਦੇ ਆ ਹੈ ਨਾ, ਐਕਚੁਅਲੀ ਜਦੋਂ ਇਹ ਪ੍ਰੋਪਰ ਨਹੀਂ ਰਾਈਪਡ ਹੁੰਦੇ, ਪੱਕੇ ਨਹੀਂ ਹੁੰਦੇ, ਤਾਂ ਜਦੋਂ ਇਹ ਗ੍ਰੀਨ ਕਲਰ ਦੇ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਕਿ ਇਹ ਕੋਈ ਗੈਸ ਰਿਲੀਜ਼ ਕੀਤੀ ਜਾਂਦੀ ਹੈ, ਤਾਂ ਉਹ ਕਿਹੜੀ ਗੈਸ ਹੁੰਦੀ ਹੈ? ਇਥਾਈਲਿਨ। ਵੈਸੇ ਤਾਂ ਇਹ ਨੈਚੁਰਲੀ ਆਪਣੇ ਜਿਹੜੇ ਪਲਾਂਟਸ ਦੇ ਵਿੱਚ ਮਿਲਦੀ ਹੈ ਇਥਾਈਲਿਨ ਗੈਸ, ਬਟ ਜਦੋਂ ਆਪਾਂ ਕੋਈ ਵੀ ਫਰੂਟ ਪਹਿਲਾਂ ਟਾਈਮ ਤੋਂ ਪਹਿਲਾਂ ਹੀ ਤੋੜ ਲੈਂਦੇ ਹਾਂ ਤਾਂ ਉਹਦੇ ਉਹ ਕੀ, ਉਹਨੂੰ ਪੱਕਣ ਦਾ ਟਾਈਮ ਨਹੀਂ ਮਿਲਦਾ, ਉਹਨੂੰ ਫਿਰ ਆਰਟੀਫਿਸ਼ੀਅਲ ਤੌਰ 'ਤੇ ਪਕਾਇਆ ਜਾਂਦਾ, ਤਾਂ ਇਹ ਵਾਲੀ ਗੈਸ ਦੇ ਨਾਲ ਇਹ ਸਾਰੀ ਪ੍ਰੋਸੈਸ ਕੀਤੀ ਜਾਂਦੀ ਹੈ। ਨੈਕਸਟ, ਹਾਊ ਮੈਨੀ ਮੈਂਬਰਸ ਆਫ ਰਾਜ ਸਭਾ ਕੈਨ ਬੀ ਨੋਮੀਨੇਟਿਡ ਬਾਈ ਦਾ ਪ੍ਰੈਜ਼ੀਡੈਂਟ ਫਰੋਮ ਅਮੰਗਸਟ ਪਰਸਨਸ who have distinguished themselves in art, literature, social service? ਹੁਣ ਇਹਦੇ ਵਿੱਚ ਕੁਐਸਚਨ ਦੇ ਵਿੱਚ ਕੀ ਦੱਸਿਆ ਹੋਇਆ ਆਪਾਂ ਨੂੰ ਕਿ ਪ੍ਰੈਜ਼ੀਡੈਂਟ ਜਿਹੜੇ ਕੀ ਆ ਉਹ ਕਿੰਨੇ ਮੈਂਬਰ ਨੋਮੀਨੇਟ ਕਰਦਾ ਹੈ ਰਾਜ ਸਭਾ ਦੇ ਵਿੱਚ, ਜਿਹੜੇ ਕੀ ਹੈ ਪਰਟੀਕੂਲਰ ਆਰਟ ਦੇ ਵਿੱਚ, ਆਰਟ ਦੇ ਨਾਲ ਸੰਬੰਧਿਤ ਹੋਣ, ਜਾਂ ਕਿਸੇ ਨੇ ਕੋਈ ਅਲੱਗ ਕੰਮ ਕੀਤਾ ਹੋਵੇ ਲਿਟਰੇਚਰ ਦੇ ਨਾਲ, ਜਾਂ ਸੋਸ਼ਲ ਸਰਵਿਸ ਦੇ ਨਾਲ। ਤਾਂ ਸਿੰਪਲ ਹੈ ਜੀ ਇਹ ਕੁਐਸਚਨ, 12 ਮੈਂਬਰ ਜਿਹੜੇ ਉਹ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤੇ ਜਾਂਦੇ ਆ। ਠੀਕ ਹੈ, 2 ਮੈਂਬਰ ਨੋਮੀਨੇਟ ਕੀਤੇ ਜਾਂਦੇ ਸੀ ਪ੍ਰੈਜ਼ੀਡੈਂਟ ਦੁਆਰਾ ਲੋਕ ਸਭਾ ਦੇ ਵਿੱਚ, ਹੁਣੇ ਹੁਣੇ ਜਿਹੜੀ ਪ੍ਰੋਵੀਜ਼ਨ ਖਤਮ ਕਰ ਦਿੱਤੀ ਗਈ ਹੈ, ਨਵੀਂ ਅਮੈਂਡਮੈਂਟ ਹੋਈ ਸੀ। ਹਾਂਜੀ, ਨੈਕਸਟ 10th ਨੰਬਰ ਕੁਐਸਚਨ, ਹਾਊ ਮੈਨੀ ਸੀਟਸ ਆਰ ਦੇਅਰ ਇਨ ਦਾ ਪੰਜਾਬ ਲੈਜਿਸਲੇਟਿਵ ਅਸੈਂਬਲੀ? ਬਿਲਕੁਲ ਈਜ਼ੀ ਕੁਐਸਚਨ ਹੈ ਜੀ, ਬਿਲਕੁਲ ਪੰਜਾਬ ਦੀ ਜੀਕੇ ਦੇ ਵਿੱਚੋਂ ਕੁਐਸਚਨ ਆਇਆ ਹੋਇਆ। ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ? ਲੈਜਿਸਲੇਟਿਵ ਅਸੈਂਬਲੀ ਦਾ ਮਤਲਬ ਪਤਾ ਹੀ ਆਪਾਂ ਨੂੰ, ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ? 117। ਠੀਕ। ਹਾਂਜੀ, ਨੈਕਸਟ, ਵਿਚ ਆਫ ਦਾ ਫੋਲੋਇੰਗ ਡਾਂਸ ਫਾਰਮਸ ਇਜ਼ ਨੋਟ ਕਰੈਕਟਲੀ ਮੈਚ? ਐਕਚੁਅਲੀ ਇਹ ਜਿਹੜਾ ਕਲਚਰ ਦੇ ਵਿੱਚੋਂ ਕੁਐਸਚਨ ਆਇਆ ਹੋਇਆ, ਤਾਂ ਆਪਾਂ ਡਾਂਸ ਫਾਰਮਸ ਦੱਸਣੀਆਂ ਵੀ ਕਿਹੜੀ ਸਟੇਟ ਦੇ ਨਾਲ ਕਿਹੜੀ ਹੈਗੀ ਹੈ, ਠੀਕ ਹੈਗੀ ਹੈ, ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਆਪਾਂ ਆਨਸਰ ਕਰਨਾ ਕਿਹੜੀ ਠੀਕ ਨਹੀਂ ਹੈਗੀ। ਹਰਿਆਣਾ ਝੂਮਰ, ਡੈਫੀਨੇਟਲੀ ਉੱਥੇ ਜਿਹੜਾ ਕਿ ਝੂਮਰ ਡਾਂਸ ਹੈਗਾ ਹਰਿਆਣੇ ਦੇ ਨਾਲ ਰਿਲੇਟਿਡ ਹੈ। ਉੜੀਸਾ ਦੇ ਨਾਲ ਚੋ, ਰਾਜਸਥਾਨ ਦੇ ਨਾਲ ਲਾਵਨੀ। ਦੇਖੋ ਜਿਹੜਾ ਲਾਵਨੀ ਜਿਹੜਾ ਡਾਂਸ ਹੈ ਇਹ ਬੇਸਿਕਲੀ ਰਾਜਸਥਾਨ ਦਾ ਨਹੀਂ ਹੈਗਾ, ਇਹ ਕਿਹੜੀ ਸਟੇਟ ਦਾ? ਮਹਾਰਾਸ਼ਟਰਾ ਸਟੇਟ ਦਾ। ਮਹਾਰਾਸ਼ਟਰਾ ਜਿਹੜੀ ਸਟੇਟ ਹੈ ਉੱਥੋਂ ਦਾ ਇਹ ਜਿਹੜਾ ਡਾਂਸ ਹੈ। ਤਾਂ ਆਪਣਾ ਆਨਸਰ ਕੀ ਹੋ ਜਾਏਗਾ ਫਿਰ? ਠੀਕ ਹੈ, ਆਪਣਾ ਆਨਸਰ ਕੀ ਹੋ ਜਾਏਗਾ? ਰਾਜਸਥਾਨ ਸੀ। ਅਸਾਮ ਦਾ ਬਿਹੂ, ਨਾਲ ਤੁਸੀਂ ਇਹ ਵੀ ਚੀਜ਼ ਯਾਦ ਰੱਖਣੀ ਹੈ, ਬਿਲਕੁਲ ਠੀਕ ਹੈਗੇ, ਆਪਾਂ ਇਨਕਰੈਕਟ ਦੱਸਣਾ ਸੀ। ਹਾਂਜੀ, ਨੈਕਸਟ 12th। ਹਾਂਜੀ, 12th ਕੀ ਕਹਿੰਦਾ ਆਪਣੇ ਕੋਲ? ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟਲੀ ਮੈਚਡ? ਐਕਚੁਅਲੀ ਕੀ ਹੈ, ਕੁਛ ਫੁੱਲ ਫਾਰਮਸ ਆਈਆਂ ਹੋਈਆਂ, ਤਾਂ ਨਾਲ ਇਹ ਸਿਰਫ ਆਪਾਂ ਫੁੱਲ ਫਾਰਮ ਹੀ ਨਹੀਂ, ਆਪਾਂ ਨਾਲ ਲੈਂਦੇ ਕੀ ਇਹਨਾਂ ਦੀਆਂ ਜਿਹੜੀ ਐਕਸਪਲੇਨੇਸ਼ਨ ਵੀ ਵੇਖ ਲੈਂਦੇ ਹਾਂ। ਠੀਕ ਹੈ ਜੀ, ਕੀ ਹੁੰਦਾ? ਹਾਂਜੀ, ਫਸਟ ਹੈ CRR। ਐਕਚੁਅਲੀ ਇਹ ਜਿਹੜਾ ਕੀ ਹੈ ਇਕਨੋਮਿਕਸ ਦੇ ਪਾਰਟ ਦੇ ਵਿੱਚੋਂ ਹੈ, ਇਕਨੋਮਿਕਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ।
ਸਪੈਸ਼ਲੀ ਜੇ ਆਪਾਂ ਗੱਲ ਕਰੀਏ ਤਾਂ ਇਕਨੋਮਿਕਸ ਦਾ ਕਿਹੜਾ ਪਾਰਟ ਹੈ, ਬੈਂਕਿੰਗ ਦੇ ਵਿੱਚੋਂ ਕੁਐਸਚਨ ਹੈ, ਠੀਕ ਹੈ। ਤਾਂ ਦੇਖਦੇ ਹਾਂ ਆਪਾਂ CRR, ਇਹਦੀ ਫੁੱਲ ਫਾਰਮ ਕੀ ਹੁੰਦੀ ਹੈ? ਕੈਸ਼ ਰਿਸਿਪਟ ਰੇਸ਼ੀਓ ਹੁੰਦੀ ਹੈ ਜੀ? ਨਹੀਂ, ਕੈਸ਼ ਰਿਸਿਪਟ ਰੇਸ਼ੀਓ ਨਹੀਂ ਹੁੰਦੀ। ਇੱਥੇ ਕੀ ਆਣਾ ਸੀ ਆਪਣੇ ਕੋਲ? ਕੈਸ਼ ਰਿਜ਼ਰਵ ਰੇਸ਼ੀਓ। ਕੈਸ਼ ਰਿਜ਼ਰਵ ਰੇਸ਼ੀਓ ਮਤਲਬ ਆਪਣਾ ਕੀ ਹੈ? ਕਰੈਕਟ ਆਪਾਂ ਆਨਸਰ ਕਰਨਾ ਸੀ ਤਾਂ ਆਪਣੇ ਕੋਲ ਆਨਸਰ ਆ ਗਿਆ। ਤਾਂ SLR ਦੀ ਫੁੱਲ ਫਾਰਮ ਬਿਲਕੁਲ ਠੀਕ ਹੈ, ਸਟੈਟੂਟਰੀ ਲਿਕੁਇਡਿਟੀ ਰੇਸ਼ੀਓ। FDI ਕੀ ਹੈ? ਫੋਰਨ ਡਾਇਰੈਕਟ ਇਨਵੈਸਟਮੈਂਟ। NBFC ਕੀ ਹੈ? ਨੋਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਜ਼। ਹੁਣ ਕੈਸ਼ ਰਿਜ਼ਰਵ ਰੇਸ਼ੀਓ ਨੂੰ ਅਗਰ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਕੈਸ਼ ਰਿਜ਼ਰਵ ਰੇਸ਼ੀਓ ਕੀ ਹੈ? ਦੇਖੋ ਆਪਣੇ ਦੇਸ਼ ਦੇ ਵਿੱਚ ਟੋਪ ਮੋਸਟ ਏਪੈਕਸ ਬੈਂਕ ਦੀ ਗੱਲ ਕਰੀਏ ਤਾਂ ਕੌਣ ਹੈ? RBI ਹੈ। ਨੀਚੇ ਕਿਹੜੇ ਬੈਂਕ ਹੈਗੇ ਆਪਣੇ ਕੋਲ? ਕਮਰਸ਼ੀਅਲ ਬੈਂਕਸ ਹੈਗੇ ਆ। ਹੁਣ ਮੰਨ ਲਓ ਕਮਰਸ਼ੀਅਲ ਬੈਂਕ ਦੇ ਵਿੱਚ ਕਿਸੇ ਵੀ ਪਰਸਨ ਨੇ ਕੁਝ ਪੈਸੇ ਜਮ੍ਹਾਂ ਕਰਾਏ, ਮੰਨ ਲਓ A ਪਰਸਨ ਗਿਆ, ਉਹਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਏ, ਤਾਂ RBI ਦੇ ਵੱਲੋਂ ਕੁਝ ਕੁ ਗਾਈਡਲਾਈਨਸ ਦਿੱਤੀਆਂ ਹੋਈਆਂ ਇਹਨਾਂ ਬੈਂਕਸ ਨੂੰ, ਜਿਹੜੇ ਵੀ ਆਪਣੇ ਕਮਰਸ਼ੀਅਲ ਬੈਂਕ ਹੈਗੇ ਆ, ਕਿ ਤੁਹਾਡੇ ਕੋਲ ਜਿੰਨੇ ਵੀ ਪੈਸੇ ਡਿਪੋਜ਼ਿਟ ਹੋਣਗੇ ਉਹਦੇ ਵਿੱਚੋਂ ਕੁਝ ਅਮਾਊਂਟ ਇਹ RBI ਵੱਲੋਂ ਡਿਸਾਈਡ ਕੀਤੀ ਜਾਂਦੀ ਹੈ ਕਿ ਉਹਦੇ ਵਿੱਚੋਂ ਕੁਝ ਕੈਸ਼ ਤੁਸੀਂ RBI ਦੇ ਕੋਲ ਡਿਪੋਜ਼ਿਟ ਕਰਾਉਣਾ ਹੈ। ਮੰਨ ਲਓ ਇੱਕ ਬੰਦੇ ਨੇ 100 ਰੁਪਏ ਜਮ੍ਹਾਂ ਕਰਾਇਆ ਤਾਂ RBI ਨੇ ਸਪੋਜ਼ ਇਹਨੇ ਕਹਿਤਾ ਕਿ ਤੁਸੀਂ 4% ਡਿਪੋਜ਼ਿਟ ਮੇਰੇ ਕੋਲ ਰੱਖਣਾ, ਮਤਲਬ 100 ਦਾ 4% ਦੀ ਗੱਲ ਕਰੀਏ ਤਾਂ 4 ਰੁਪਏ 4 ਰੁਪੀਜ਼ ਕਿਹਦੇ ਕੋਲ ਜਾਣਗੇ? RBI ਕੋਲ ਜਾਣਗੇ, ਠੀਕ ਹੈ ਜੀ। ਤਾਂ RBI ਉਹਨੂੰ ਆਪਦੇ ਕੋਲੋਂ ਡਿਪੋਜ਼ਿਟ ਕਰ ਲੂਗਾ। ਇਹ ਜਿਹੜੀ ਅਮਾਊਂਟ ਡਿਪੋਜ਼ਿਟ ਹੋਈ ਹੈ ਇਹਨੂੰ ਕੀ ਕਹਿੰਦੇ ਆਪਾਂ? CRR। CRR। ਨੈਕਸਟ ਦੂਸਰੀ ਟਰਮ ਨੂੰ ਆਪਾਂ ਡਿਫਾਈਨ ਕਰ ਲੈਂਦੇ ਹਾਂ ਇੱਥੇ, SLR ਕੀ ਹੈ? ਦੇਖੋ ਇੱਥੇ ਹੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹੁਣ 100 ਦੇ ਵਿੱਚੋਂ 4 ਰੁਪਏ ਤਾਂ RBI ਨੇ ਆਪਦੇ ਕੋਲੋਂ ਜਮ੍ਹਾਂ ਕਰਵਾ ਲਏ ਬੈਂਕਾਂ ਕੋਲੋਂ, ਤਾਂ ਇਹਨੂੰ ਆਪਾਂ ਕੀ ਕਿਹਾ? CRR। ਹੁਣ ਕੀ ਕਹਿੰਦੇ ਆ RBI, ਕੀ ਕਹਿੰਦਾ ਕਿ ਜਿਹੜਾ ਤੁਹਾਡੇ ਕੋਲ 100 ਰੁਪਏ ਜਮ੍ਹਾਂ ਹੋਇਆ ਸੀ ਉਹਦੇ ਵਿੱਚੋਂ 4 ਰੁਪਏ ਤਾਂ ਤੁਸੀਂ ਦੇਤੇ RBI ਨੂੰ, ਬਾਕੀ ਅਮਾਊਂਟ ਦੇ ਵਿੱਚੋਂ ਤੁਸੀਂ ਨੀਅਰ ਅਬਾਊਟ 17 ਤੋਂ 19 ਰੁਪਏ ਤੁਸੀਂ ਆਪਦੇ ਕੋਲ ਕੈਸ਼ ਦੀ ਫਾਰਮ ਦੇ ਵਿੱਚ ਰੱਖਣਾ, ਲਿਕੁਇਡ ਫਾਰਮ ਦੇ ਵਿੱਚ ਰੱਖਣਾ, ਠੀਕ ਹੈ ਜੀ। ਤਾਂ ਆਪਦੇ ਕੋਲੋਂ ਰਿਜ਼ਰਵ ਰੱਖਣਾ, ਇਹਨੂੰ ਤੁਸੀਂ ਕੋਈ ਯੂਜ਼ ਨਹੀਂ ਕਰਨਾ ਇਹਦਾ। ਤਾਂ ਇਹ ਜਿਹੜੀ ਅਮਾਊਂਟ ਬੈਂਕਾਂ ਨੂੰ ਆਪਦੇ ਕੋਲ ਰੱਖਣੀ ਪਊਗੀ ਲਿਕੁਇਡ ਫਾਰਮ ਦੇ ਵਿੱਚ, ਇਹਨੂੰ ਕੀ ਕਹਿੰਦੇ ਆਪਾਂ? SLR, ਸਟੈਟੂਟਰੀ ਲਿਕੁਇਡਿਟੀ ਰੇਸ਼ੀਓ, ਠੀਕ ਹੈ ਜੀ। ਸਮਝ ਲੱਗ ਗਈ? ਨੈਕਸਟ ਚੱਲਦੇ ਆਪਾਂ ਅਗਲੇ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਕਰੈਕਟਲੀ ਮੈਚ। ਹਾਂਜੀ, ਹੁਣ ਇਹਦੇ ਵਿੱਚ ਵੀ ਜਿਹੜਾ ਨੋਟ ਕਰੈਕਟਲੀ ਮੈਚ ਬਾਰੇ ਪੁੱਛਿਆ ਹੋਇਆ, ਤਾਂ ਇਹਦੇ ਵਿੱਚ ਆਪਾਂ ਨੂੰ ਪਰਸਨਸ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਹੜਾ ਇਹਦਾ ਆਨਸਰ ਆਏਗਾ ਆਪਣੇ ਕੋਲ 21st ਕੁਐਸਚਨ ਦਾ, ਕਿ ਕਿਹੜਾ ਪਰਸਨ ਕਿੰਦਾ ਜਿਹੜਾ ਵਾਚਕ ਨਹੀਂ ਹੈਗਾ, ਮਤਲਬ ਕਿਹੜਾ ਉਹ ਨਹੀਂ ਵਜਾਉਂਦਾ, ਤਾਂ ਫਸਟ ਆਪਣੇ ਕੋਲ ਤਬਲਾ। ਬਿਲਕੁਲ ਠੀਕ ਹੈ ਜੀ, ਤਬਲਾ। ਅੱਲਾ ਰੱਖਾ ਨਾਮ ਦਾ ਜਿਹੜਾ ਪਰਸਨ ਹੈ ਉਹ ਤਬਲਾ ਫੇਮਸ ਹੈ, ਇਹ ਠੀਕ ਹੈ। ਆਪਾਂ ਕੀ ਦੱਸਣਾ? ਨੋਟ ਕਰੈਕਟ ਦੱਸਣਾ। ਕੁਐਸਚਨ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਪੇਪਰ ਦੇ ਵਿੱਚ। ਸਰੋਦ ਜ਼ਾਕਿਰ ਹੁਸੈਨ, ਇਹ ਵੀ ਠੀਕ ਹੈ। ਨੈਕਸਟ, ਹਾਂਜੀ ਸੰਤੂਰ, ਤਾਂ ਸੰਤੂਰ ਇਹ ਵੀ ਠੀਕ ਹੈ, ਸ਼ਿਵ ਕੁਮਾਰ ਸ਼ਰਮਾ। ਫੋਰਥ ਜਿਹੜਾ ਫਲੂਟ ਹਰੀ ਪ੍ਰਸਾਦ ਚੁਰਸੀਆ, ਇਹ ਜਿਹੜਾ ਕੀ ਹੈ? ਇਨਕਰੈਕਟ ਹੈਗਾ। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਹਰੀ ਪ੍ਰਸਾਦ ਚੁਰਸੀਆ ਇਹ ਕਿੰਨਾ ਦੇ ਐਕਚੁਅਲੀ ਕਿਹੜੇ ਇੰਸਟਰੂਮੈਂਟ ਨੂੰ ਪਲੇ ਕਰਦੇ ਆ, ਠੀਕ ਹੈ। ਹਾਂਜੀ ਨੈਕਸਟ, ਗਿਵ ਦਾ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਫ ਦਾ ਫੋਲੋਇੰਗ। ਤਾਂ ਆਪਾਂ ਕਰੈਕਟ ਕ੍ਰੋਨੋਲੋਜੀਕਲ ਆਰਡਰ ਦੱਸਣਾ ਹੈ ਵੀ ਕਿਹੜੀ ਘਟਨਾ ਪਹਿਲਾਂ ਹੋਈ ਸੀ, ਕਿਹੜੀ ਬਾਅਦ 'ਚ ਹੋਈ ਸੀ। ਹਾਂਜੀ, ਤੁਸੀਂ ਧਿਆਨ ਨਾਲ ਕੁਐਸਚਨ ਨੂੰ ਰੀਡ ਕਰੋ ਪਹਿਲਾਂ, ਇਹਨੂੰ ਆਪਣੇ ਆਪ ਟਰਾਈ ਕਰੋ ਕਰਨ ਦੀ। ਨੌਨ ਕੋਆਪਰੇਸ਼ਨ ਮੂਵਮੈਂਟ ਆਈ ਸੀ ਪਹਿਲਾਂ, ਉਸ ਤੋਂ ਬਾਅਦ ਸੈਕਿੰਡ ਆਪਸ਼ਨ ਕੀ ਹੈ ਆਪਣੇ ਕੋਲ? ਕੁਇਟ ਇੰਡੀਆ ਮੂਵਮੈਂਟ ਹੈ, ਫਿਰ ਸਾਲਟ ਸੱਤਿਆਗ੍ਰਹਿ। ਤੁਸੀਂ ਹਿਸਟਰੀ ਪੜ੍ਹੀ ਹੋਈ ਹੈ ਤਾਂ ਹਿਸਟਰੀ ਦੇ ਵਿੱਚ ਤੁਸੀਂ ਦੱਸਣਾ ਵੀ ਕਿਹੜੀ ਘਟਨਾ ਪਹਿਲਾਂ ਹੋਈ ਸੀ, ਫਿਰ ਦੂਜੀ ਕਿਹੜੀ ਹੋਈ ਸੀ, ਫਿਰ ਤੀਜੀ ਕਿਹੜੀ ਹੋਈ ਸੀ, ਫਿਰ ਚੌਥੀ ਕਿਹੜੀ ਹੋਈ ਸੀ। ਇਹ ਕੁਐਸਚਨ ਦਾ ਆਨਸਰ ਤੁਸੀਂ ਕਰਨਾ। ਧਿਆਨ ਨਾਲ ਦੇਖੋ, ਅਗਰ ਆਪਾਂ ਪਾਰਟੀਸ਼ਨ ਆਫ ਲਾਸਟ ਤੋਂ ਸਟਾਰਟ ਕਰਦੇ ਹਾਂ, ਪਾਰਟੀਸ਼ਨ ਆਫ ਬੰਗਾਲ ਦੀ ਗੱਲ ਕਰੀਏ ਤਾਂ ਕਦੋਂ ਹੋਈ ਸੀ? ਬੰਗਾਲ ਦੀ ਵੰਡ ਕਦੋਂ ਹੋਈ ਸੀ? 1905 ਦੇ ਵਿੱਚ, ਹੈ ਨਾ। ਹਿਸਟਰੀ ਸਾਰਿਆਂ ਨੇ ਮਾਡਰਨ ਹਿਸਟਰੀ ਦੇ ਵਿੱਚ ਪੜ੍ਹਿਆ ਹੋਇਆ, ਤਾਂ 1905 ਦੇ ਵਿੱਚ ਬੰਗਾਲ ਦੀ ਵੰਡ ਕੀਤੀ ਗਈ ਸੀ। ਨੈਕਸਟ, ਸਾਲਟ ਸੱਤਿਆਗ੍ਰਹਿ, ਤਾਂ ਸਾਲਟ ਸੱਤਿਆਗ੍ਰਹਿ ਨੂੰ ਡਾਂਡੀ ਮਾਰਚ ਵੀ ਕਹਿੰਦੇ ਆ, ਗਾਂਧੀ ਜੀ ਦੁਆਰਾ ਕੀਤਾ ਗਿਆ ਸੀ ਡਾਂਡੀ ਮਾਰਚ। ਇਹ ਕਦੋਂ ਕੀਤਾ ਗਿਆ ਸੀ? ਸਾਲਟ ਸੱਤਿਆਗ੍ਰਹਿ ਕਦੋਂ ਹੋਇਆ ਸੀ? ਹਾਂਜੀ, ਸਾਲਟ ਸੱਤਿਆਗ੍ਰਹਿ ਹੋਇਆ ਸੀ 1930 ਦੇ ਵਿੱਚ।
1930 ਦੇ ਵਿੱਚ। ਠੀਕ ਹੈ, ਅਗਰ ਆਪਾਂ ਇਹਦੀ ਡੇਟ ਦੀ ਗੱਲ ਕਰੀਏ ਤਾਂ ਇਹ 12 ਮਾਰਚ ਨੂੰ ਸਟਾਰਟ ਹੋਇਆ ਸੀ ਸਾਲਟ ਸੱਤਿਆਗ੍ਰਹਿ। ਕਦੋਂ ਤੱਕ? 25 ਦਿਨਾਂ ਦਾ ਸੀ ਐਕਚੁਅਲੀ, 25 ਦਿਨ ਉਹ ਤੁਰ ਕੇ ਗਏ ਸੀ। 12 ਮਾਰਚ ਨੂੰ ਸਟਾਰਟ ਹੋ ਕੇ 6 ਅਪ੍ਰੈਲ ਤੱਕ ਇਹ ਜਿਹੜਾ ਡਾਂਡੀ ਮਾਰਚ ਕਹ ਲਓ ਜਾਂ ਸਾਲਟ ਸੱਤਿਆਗ੍ਰਹਿ ਹੋਇਆ ਸੀ। ਨੈਕਸਟ ਕੁਇਟ ਇੰਡੀਆ ਮੂਵਮੈਂਟ। ਬਾਅਦ ਦੇ ਵਿੱਚ ਆਪਾਂ ਇੱਕ ਵਾਰੀ ਸਾਰਿਆਂ ਦੀ ਡੇਟਸ ਲਿਖ ਰਹੇ ਹਾਂ, ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਅਰੇਂਜ ਕਰਾਂਗੇ। ਠੀਕ ਹੈ ਜੀ। ਹਾਂਜੀ, ਕੁਇਟ ਇੰਡੀਆ ਮੂਵਮੈਂਟ ਕਾਫੀ ਇੰਪੋਰਟੈਂਟ ਹੈ। ਇਹਦੇ ਵਿੱਚ ਗਾਂਧੀ ਜੀ ਨੇ ਇੱਕ ਨਾਰਾ ਵੀ ਦਿੱਤਾ ਸੀ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ, ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਕਦੋਂ ਕੁਇਟ ਇੰਡੀਆ ਮੂਵਮੈਂਟ ਸਟਾਰਟ ਕਦੋਂ ਹੋਈ ਸੀ, ਕਿਹੜੇ ਸਾਲ ਦੇ ਵਿੱਚ? 1942 ਦੇ ਵਿੱਚ ਹੋਈ ਸੀ। ਇਹਦੇ ਵਿੱਚ ਗਾਂਧੀ ਜੀ ਨੇ ਇੱਕ ਨਾਰਾ ਦਿੱਤਾ ਸੀ, ਡੂ ਔਰ ਡਾਈ। ਕਾਫੀ ਇੰਪੋਰਟੈਂਟ ਹੈ, ਗਾਂਧੀ ਜੀ ਦੁਆਰਾ ਇੱਕ ਸਲੋਗਨ ਦਿੱਤਾ ਗਿਆ ਸੀ, ਡੂ ਔਰ ਡਾਈ। ਨੈਕਸਟ ਨੋਨ ਕੋਆਪਰੇਸ਼ਨ ਮੂਵਮੈਂਟ। ਹਾਂਜੀ, ਨੋਨ ਕੋਆਪਰੇਸ਼ਨ ਮੂਵਮੈਂਟ ਕਦੋਂ ਹੋਇਆ ਸੀ, ਸਟਾਰਟ ਕਦੋਂ ਹੋਇਆ ਸੀ? ਨੋਨ ਕੋਆਪਰੇਸ਼ਨ ਮੂਵਮੈਂਟ 4 ਸਤੰਬਰ ਨੂੰ ਸਟਾਰਟ ਹੋਇਆ ਸੀ। ਈਅਰ ਦੀ ਗੱਲ ਕੀਤੀ ਜਾਵੇ 4 ਸਤੰਬਰ ਕਦੋਂ? 1920 ਦੇ ਵਿੱਚ। ਠੀਕ ਹੈ ਜੀ, ਨੋਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਹੋਈ ਸੀ 4 ਸਤੰਬਰ 1920 ਨੂੰ ਸਟਾਰਟ ਹੋਇਆ ਸੀ। ਹੁਣ ਇਹਨਾਂ ਨੂੰ ਅਰੇਂਜ ਕਰ ਲੈਂਦੇ ਆਪਾਂ। ਤਾਂ ਸਭ ਤੋਂ ਪਹਿਲਾਂ ਦੇਖੋ ਕਿਹੜਾ ਆਏਗਾ ਆਪਣੇ ਕੋਲ, ਫੋਰਥ ਆਪਸ਼ਨ ਆ ਗਈ ਪਹਿਲਾਂ, ਸਭ ਤੋਂ ਪਹਿਲਾਂ ਫੋਰਥ ਆਪਸ਼ਨ ਆ ਗਈ। ਦੈਨ ਉਸ ਤੋਂ ਬਾਅਦ 1905 ਤੋਂ ਬਾਅਦ ਕਿਹੜਾ ਸਾਲ ਆਊਗਾ? 1920, ਮਤਲਬ ਫਸਟ ਆਪਸ਼ਨ ਆਏਗੀ। ਫੋਰਥ ਤੋਂ ਬਾਅਦ ਫਸਟ। ਦੇਖੋ ਹੁਣ ਆਪਾਂ ਦੋ ਹੀ ਅਰੇਂਜ ਕਰ ਲਈਆਂ ਤਾਂ ਆਪਣਾ ਆਨਸਰ ਆ ਜਾਊਗਾ, ਦੇਖ ਲਓ ਤੁਸੀਂ। ਬਾਕੀ ਵੀ ਤੁਸੀਂ ਦੇਖ ਸਕਦੇ ਹੋ। ਫਿਰ ਥਰਡ ਆਏਗਾ 1930 ਦੇ ਵਿੱਚ, ਦੈਨ ਕੁਇਟ ਇੰਡੀਆ ਮੂਵਮੈਂਟ 1942 ਦੇ ਵਿੱਚ। ਠੀਕ ਹੈ ਜੀ। ਹਾਂਜੀ, ਨੈਕਸਟ the correct chronological order in which the following states of India was created। ਮਤਲਬ ਹੁਣ ਆਪਾਂ ਆਰਡਰ ਦੱਸਣਾ ਜਿੰਦੇ ਵਿੱਚ ਜਿਹੜੀਆਂ ਇੰਡੀਆ ਦੀਆਂ ਜਿਹੜੀਆਂ ਸਟੇਟਸ ਆ ਉਹ ਪਹਿਲਾਂ ਕਿਹੜੀ ਬਣਾਈ ਗਈ ਸੀ, ਦੂਜੀ ਕਿਹੜੀ ਬਣਾਈ ਗਈ ਸੀ। ਬੜਾ ਈਜ਼ੀ ਕੁਐਸਚਨ ਹੈ ਜੀ ਇਹ। ਜੇ ਤੁਸੀਂ ਪੋਲਿਟੀ ਧਿਆਨ ਦੇ ਨਾਲ ਪੜ੍ਹੀ ਹੋਈ ਹੈ, ਤੁਹਾਨੂੰ ਇਸ ਚੀਜ਼ ਦਾ ਪਤਾ ਹੋਊਗਾ ਵੀ ਸਭ ਤੋਂ ਪਹਿਲਾਂ ਜਿਹੜੀ ਸਟੇਟ ਬਣਾਈ ਗਈ ਸੀ ਉਹ ਕਿਹੜੀ ਸੀ। ਹਾਂਜੀ, ਗੈਸ ਕਰੋ, ਸਭ ਤੋਂ ਪਹਿਲਾਂ ਸਟੇਟ ਕਿਹੜੀ ਬਣਾਈ ਗਈ ਸੀ? ਐਨੀ ਆਈਡੀਆ? ਤਾਂ ਸਭ ਤੋਂ ਪਹਿਲੀ ਸਟੇਟ ਜਿਹੜੀ ਬਣਾਈ ਗਈ ਸੀ ਉਹ ਆਂਧਰਾ ਪ੍ਰਦੇਸ਼ ਸੀ, ਜਿਹੜੀ ਫਸਟ ਲਿੰਗੁਇਸਟਿਕ ਸਟੇਟ ਵੀ ਸੀ। ਲੈਂਗੁਏਜ ਦੇ ਆਧਾਰ ਤੇ ਬਣਾਈ ਜਾਣ ਵਾਲੀ ਜਿਹੜੀ ਸਟੇਟ ਵੀ ਇਹੀ ਸੀ, 1953 ਦੇ ਵਿੱਚ ਬਣਾਈ ਗਈ ਸੀ। ਈਵਨ ਜੇ ਆਪਾਂ ਇਸ ਸਟੇਟ ਦਾ ਗੱਲ ਕਰੀਏ ਵੀ ਫਾਰਮੇਸ਼ਨ ਕਦੋਂ ਹੋਈ ਸੀ, ਡੇਟ ਦੀ ਗੱਲ ਕਰੀਏ ਤਾਂ 1 ਨਵੰਬਰ 1953 ਨੂੰ ਇਹ ਫਸਟ ਸਟੇਟ ਬਣਾਈ ਗਈ ਸੀ। ਠੀਕ। ਦੈਨ ਉਸ ਤੋਂ ਬਾਅਦ ਹੁਣ ਦੇਖੋ ਆਪਣੇ ਕੋਲ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਗਾਉਣਾ ਇਹਨੂੰ, ਮਤਲਬ ਜਿਹੜੀ ਪਹਿਲੀ ਆਊਗੀ ਉਹ ਪਹਿਲਾਂ ਲਗਾਉਣਾ। ਸਭ ਤੋਂ ਪਹਿਲੀ ਸਟੇਟ ਕਿਹੜੀ ਬਣਾਈ ਗਈ ਸੀ? ਆਂਧਰਾ ਪ੍ਰਦੇਸ਼ ਹੀ ਹੈ। ਇਹਦਾ ਮਤਲਬ ਆਪਸ਼ਨ ਨੰਬਰ ਸੀ ਵੀ ਗਲਤ ਹੋ ਗਿਆ, ਆਪਸ਼ਨ ਨੰਬਰ ਡੀ ਵੀ ਗਲਤ ਹੋ ਗਿਆ। ਹਾਂਜੀ, ਦੂਸਰਾ ਦੇਖੋ ਹੁਣ ਦੂਸਰੇ ਨੰਬਰ ਤੇ ਕਿਹੜੀ ਆਊਗੀ? ਮਹਾਰਾਸ਼ਟਰ, ਪਤਾ ਹੀ ਹੈ ਕਿਉਂਕਿ ਦੋਨਾਂ ਆਪਸ਼ਨ ਦੇ ਵਿੱਚ ਕੀ ਹੈ, ਸੈਕਿੰਡ ਹੈ। ਤਾਂ ਮਹਾਰਾਸ਼ਟਰ ਕਦੋਂ ਬਣਾਈ ਗਈ ਸੀ? ਆਪਾਂ ਨੂੰ ਈਅਰ ਵੀ ਯਾਦ ਹੋਣਾ ਚਾਹੀਦਾ। ਮਹਾਰਾਸ਼ਟਰ ਜਿਹੜੀ ਸਟੇਟ ਬਣਾਈ ਗਈ ਸੀ 1960 ਦੇ ਵਿੱਚ ਬਣਾਈ ਗਈ ਸੀ। ਪੰਜਾਬ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੋਏਗਾ ਜੀ। ਹਾਂਜੀ, ਪੰਜਾਬ ਦਾ ਪਤਾ ਹੈ ਸਾਰਿਆਂ ਨੂੰ। ਪੰਜਾਬ ਕਦੋਂ, ਆਪਾਂ ਨੂੰ ਮੋਡਰਨ ਪੰਜਾਬ ਦੀ ਗੱਲ ਕੀਤੀ ਜਾਵੇ, ਅਜੋਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਦੋਂ ਬਣਿਆ? 1 ਨਵੰਬਰ 1966 ਨੂੰ। ਹੁਣ ਜਿਹੜਾ ਆਪਾਂ ਅੱਜ ਦਾ ਪੰਜਾਬ ਦੇਖਦੇ ਹਾਂ ਨਾ। ਨੈਕਸਟ ਆ ਗਿਆ ਆਪਣੇ ਕੋਲ ਨਾਗਾਲੈਂਡ। ਤਾਂ ਨਾਗਾਲੈਂਡ ਦੀ ਫੋਰਮੇਸ਼ਨ ਕਦੋਂ ਹੋਈ ਸੀ? ਹਾਂਜੀ, ਨਾਗਾਲੈਂਡ ਦੀ ਫੋਰਮੇਸ਼ਨ ਕਦੋਂ ਹੋਈ ਸੀ? 1963 ਦੇ ਵਿੱਚ ਹੋਈ ਸੀ। ਹੁਣ ਤੁਸੀਂ ਇਹਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਗਾਓ। ਦੇਖੋ ਫਸਟ, ਫਿਰ ਸੈਕਿੰਡ, ਦੈਨ ਉਸ ਤੋਂ ਬਾਅਦ ਕੀ ਆਏਗਾ ਆਪਣੇ ਕੋਲ? ਫੋਰਥ ਆਪਸ਼ਨ ਆਏਗੀ, ਫੋਰਥ ਫਿਰ ਥਰਡ। ਠੀਕ ਹੈ, ਤਾਂ ਆਪਣੇ ਕੋਲ ਕਰੈਕਟ ਆਰਡਰ ਕੀ ਆਇਆ? ਆਪਸ਼ਨ ਨੰਬਰ ਸੈਕਿੰਡ ਆ ਗਈ। ਨੈਕਸਟ, ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟਲੀ ਮੈਚ। ਬੜਾ ਹੀ ਈਜ਼ੀ ਕੁਐਸਚਨ ਹੈ, ਜਿਓਗ੍ਰਾਫੀ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਆਪਣੇ ਕੋਲ। ਤਾਂ ਆਪਾਂ ਇਨਕਰੈਕਟਲੀ ਦੱਸਣਾ। ਐਕਚੁਅਲੀ ਇਹਨਾਂ ਨੇ ਸਾਰੇ ਕੀ ਹੈ, ਨੈਸ਼ਨਲ ਪਾਰਕਸ ਜਿਹੜੇ ਮੈਂਸ਼ਨ ਕੀਤੇ ਹੋਏ ਆ। ਤਾਂ ਨੈਸ਼ਨਲ ਪਾਰਕ ਕਿਹੜਾ ਕਿੱਥੇ ਹੈ ਉਹ ਦੱਸਣਾ ਆਪਾਂ। ਹਾਂਜੀ, ਬੰਦੀਪੁਰ ਨੈਸ਼ਨਲ ਪਾਰਕ ਕਿੱਥੇ ਹੈ? ਕਰਨਾਟਕਾ ਦੇ ਵਿੱਚ ਹੈ ਡੈਫੀਨੇਟਲੀ। ਇਹ ਆਪਾਂ ਵਿਦ ਟ੍ਰਿਕਸ ਵੀ ਯਾਦ ਕੀਤੇ ਹੋਏ ਆ, ਜਿਨ੍ਹਾਂ ਸਟੂਡੈਂਟਸ ਨੇ ਆਪਣੇ ਤੋਂ ਪੂਰੀ ਫੁੱਲ ਥਿਊਰੀ ਪੜ੍ਹੀ ਹੋਈ ਹੈ ਤਾਂ ਉਹਨਾਂ ਨੂੰ ਵਿਦ ਟ੍ਰਿਕਸ ਇਹ ਚੀਜ਼ਾਂ ਯਾਦ ਹੋਣਗੀਆਂ। ਬੜੇ ਈਜ਼ੀ ਕੁਐਸਚਨ ਦੇ ਵਿੱਚੋਂ ਆਇਆ ਹੋਇਆ। ਨੈਕਸਟ, ਡਾਚੀਗਮ। ਡਾਚੀਗਮ ਨੈਸ਼ਨਲ ਪਾਰਕ ਕਿੱਥੇ ਹੈ? ਜੰਮੂ ਕਸ਼ਮੀਰ ਦੇ ਵਿੱਚ ਹੈ ਡੈਫੀਨੇਟਲੀ। ਕਾਨਾ ਨੈਸ਼ਨਲ ਪਾਰਕ ਕਿੱਥੇ ਆ? ਹਾਂਜੀ, ਕਾਨਾ ਉੜੀਸਾ ਦੇ ਵਿੱਚ ਨਹੀਂ ਹੈਗਾ। ਕਾਨਾ ਕਿੱਥੇ ਹੈ? ਇਹ ਮੱਧ ਪ੍ਰਦੇਸ਼ ਦੇ ਵਿੱਚ ਹੈ। ਦੇਖੋ ਜਿੰਨੇ ਵੀ ਦੇਵੀ ਦੇਵਤਿਆਂ ਦੇ ਨਾਮ ਆਣਗੇ ਕਾਨਾ ਨੈਸ਼ਨਲ ਪਾਰਕ, ਤਾਂ ਕਾਨਾ ਕਿਹਨੂੰ ਕਿਹਾ ਜਾਂਦਾ ਹੈ? ਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਹੈ ਨਾ, ਦੇਵੀ ਦੇਵਤਿਆਂ ਦੇ ਵਿੱਚੋਂ ਆ ਗਿਆ। ਤਾਂ ਜਿੰਨੇ ਵੀ ਦੇਵੀ ਦੇਵਤਿਆਂ ਦੇ ਨਾਮ ਆਣਗੇ ਉਹ ਕਿੱਥੇ ਆ? ਮੱਧ ਪ੍ਰਦੇਸ਼ ਦੇ ਵਿੱਚ ਹੈ। ਠੀਕ ਹੈ, ਤਾਂ ਇਹਦਾ ਜਿਹੜਾ ਆਪਣੇ ਕੋਲ ਆਨਸਰ ਜਿਹੜਾ ਆ ਰਿਹਾ ਉਹ ਸੀ ਆ ਗਿਆ, ਆਪਾਂ ਨੂੰ ਪਤਾ ਚੱਲ ਗਿਆ। ਨੈਕਸਟ, ਕਾਲੇਸਰ ਨੈਸ਼ਨਲ ਪਾਰਕ ਕਿੱਥੇ ਹੈ? ਹਰਿਆਣਾ ਦੇ ਵਿੱਚ ਹੈ, ਡੈਫੀਨੇਟਲੀ ਟਰੂ ਹੈ। ਬਾਕੀ ਸਾਰੇ ਠੀਕ ਹੈ। ਇੱਕ ਆਪਣੇ ਕੋਲ ਇਨਕਰੈਕਟ ਮੈਚ ਸੀ, ਕਾਹਨਾ ਨੈਸ਼ਨਲ ਪਾਰਕ ਉੜੀਸਾ ਦੇ ਵਿੱਚ ਨਹੀਂ ਹੈਗਾ, ਉਹ ਮੱਧ ਪ੍ਰਦੇਸ਼ ਦਾ। ਤਾਂ ਆਪਣਾ ਆਨਸਰ ਕੀ ਆਇਆ?
कान्हा नेशनल पार्क। ठीक। नैक्सट विच ऑफ द फॉलोइंग इज नॉट अ कॉन्स्टिट्यूशनल पोस्ट इन इंडिया। ਤਾਂ ਆਪਣੇ ਸੰਵਿਧਾਨ ਦੇ ਵਿੱਚ ਕਿਹੜੀ ਪੋਸਟ ਜਿਹੜੀ ਹੈਗੀ ਆ ਉਹ ਕੌਨਸਟੀਟਿਊਸ਼ਨਲ ਨਹੀਂ ਹੈਗੀ, ਇਹ ਦੱਸਣਾ ਆਪਾਂ। ਜੱਜ ਆਫ ਹਾਈ ਕੋਰਟ ਡੈਫੀਨੇਟਲੀ ਇਹ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਹੈ। ਇਲੈਕਸ਼ਨ ਕਮਿਸ਼ਨਰ ਡੈਫੀਨੇਟਲੀ। ਅਟੋਰਨੀ ਜਨਰਲ ਆਰਟੀਕਲ ਨੰਬਰ 76। ਗਵਰਨਰ ਆਫ ਸਟੇਟ ਇਹ ਆਪਣੇ ਕੋਲ ਇੰਡੀਆ ਦੇ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਹੀਂ ਹੈਗਾ, ਠੀਕ ਹੈ, ਤਾਂ ਪੋਸਟ ਨਹੀਂ ਹੈਗੀ ਇਹ ਕੋਈ ਵੀ। Next, the Black Death was one of the most devastating pandemics in human history that killed around 60% of Europe's population due to which of the following? Actually ਹੁਣ ਇਹ ਪੈਂਡੇਮਿਕਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ, ਠੀਕ ਹੈ ਜੀ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਵੇਂ ਹੁਣੇ ਵੀ ਪੈਂਡੇਮਿਕ ਚੱਲ ਰਿਹਾ, ਕੋਵਿਡ ਦੀ ਸਿਚੁਏਸ਼ਨ ਹੈ ਨਾ ਚੱਲ ਰਹੀ ਹੈ, ਤਾਂ ਇਹ ਵੀ ਪੈਂਡੇਮਿਕ ਦੇ ਵਿੱਚੋਂ ਕੁਐਸਚਨ ਆਇਆ। ਤਾਂ ਇਹ ਕੁਐਸਚਨ ਕਾਫੀ ਵਾਰੀ ਰਿਪੀਟ ਵੀ ਹੋ ਗਿਆ, ਪੰਜਾਬ ਗਵਰਨਮੈਂਟ ਨੇ ਰਿਪੀਟ ਕੀਤਾ। ਬਲੈਕ ਡੈਥ ਜਿਹੜਾ ਰਿਲੇਟਿਡ ਆ ਉਹ ਕਿਹਦੇ ਨਾਲ ਰਿਲੇਟਿਡ ਹੈ, ਤਾਂ ਇਹ ਪਲੇਗ ਦੇ ਨਾਲ ਰਿਲੇਟਿਡ ਹੈ। ਐਕਚੁਅਲੀ ਇਹ ਰੈਟ ਤੋਂ ਹੋਣ ਵਾਲੀ ਬਿਮਾਰੀ ਹੈ, ਚੂਹਿਆਂ ਤੋਂ, ਠੀਕ ਹੈ। ਤਾਂ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਆ ਗਿਆ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਕਰੈਕਟਲੀ ਮੈਚ। ਤਾਂ ਹੁਣ ਆਰਟੀਕਲਸ ਦਿੱਤੇ ਹੋਏ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਬੇਸਿਕਲੀ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਆਰਟੀਕਲ ਹੈਗੇ, ਤਾਂ ਜਿਹੜੇ ਜਿਹੜੇ ਪਤਾ ਆਪਾਂ ਨੂੰ ਪਹਿਲਾਂ ਆਪਾਂ ਉਹ ਕਰ ਲੈਂਦੇ ਹਾਂ, ਠੀਕ ਹੈ। ਆਪਾਂ ਨੋਟ ਕਰੈਕਟ ਦੱਸਣਾ ਇਹਦੇ ਵਿੱਚ, ਹਾਂਜੀ, ਜਿਹੜੇ ਪਤਾ ਆਰਟੀਕਲ 32 ਸਾਰਿਆਂ ਨੂੰ ਪਤਾ ਹੈ, ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼। ਇੱਥੇ ਐਕਚੁਅਲੀ ਇੱਕ ਵਰਡ ਹੋਰ ਪਾਇਆ ਹੋਇਆ ਸੀ, ਰੈਮੀਡੀਜ਼, ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼, ਜਿਹਨੂੰ ਆਪਾਂ ਇਨ ਸ਼ੋਰਟ ਦੇ ਵਿੱਚ ਰਿਟ ਵੀ ਕਹਿ ਦਿੰਦੇ ਹਾਂ। ਤੇ ਇਸ ਆਰਟੀਕਲ ਨੂੰ ਡਾਕਟਰ BR ਅੰਬੇਦਕਰ ਜੀ ਨੇ ਇੱਕ ਟਾਈਟਲ ਦਿੱਤਾ ਸੀ, ਹਾਂਜੀ, ਡਾਕਟਰ BR ਅੰਬੇਦਕਰ ਜੀ ਨੇ ਇਹਨੂੰ ਇੱਕ ਟਾਈਟਲ ਦਿੱਤਾ ਸੀ ਇਸ ਆਰਟੀਕਲ ਨੂੰ। ਕੀ ਕਿਹਾ ਸੀ ਕਿ ਇਹ ਵਾਲਾ ਜਿਹੜਾ ਆਰਟੀਕਲ ਹੈ ਉਹ ਆਪਣੇ ਸੰਵਿਧਾਨ ਦਾ ਦਿਲ ਤੇ ਆਤਮਾ ਹੈਗੀ ਹੈ, ਹਾਰਟ ਐਂਡ ਸੋਲ ਆਫ ਆਵਰ ਕੌਨਸਟੀਟਿਊਸ਼ਨ, ਤਾਂ ਆਪਣੇ ਸੰਵਿਧਾਨ ਦਾ ਦਿਲ ਤੇ ਆਤਮਾ, ਠੀਕ ਹੈ ਜੀ, ਬਿਲਕੁਲ ਆਰਟੀਕਲ 32। ਨੈਕਸਟ ਆਰਟੀਕਲ 20, ਚਲੋ ਅਗਰ ਨਹੀਂ ਪਤਾ ਤਾਂ ਇੱਕ ਵਾਰੀ ਆਪਾਂ ਛੱਡਦੇ ਹਾਂ। ਨੈਕਸਟ ਆਰਟੀਕਲ 14 ਰਾਈਟ ਟੂ ਇਕੁਐਲਿਟੀ, ਹਾਂਜੀ ਬਿਲਕੁਲ ਬਿਲਕੁਲ ਹੀ ਇਹ ਕਲੀਅਰ ਹੋਣਾ ਹੈ। 14 ਤੋਂ 18 ਤੱਕ ਸਾਰਿਆਂ ਨੂੰ ਪਤਾ ਰਾਈਟ ਟੂ ਇਕੁਐਲਿਟੀ ਨਾਲ ਰਿਲੇਟਿਡ ਹੈਗੇ। 18 ਅਬੋਲੀਸ਼ਨ ਆਫ ਅਨਟੱਚੇਬਿਲਿਟੀ, ਹਾਂਜੀ, ਇਹ ਤੁਸੀਂ ਦੇਖੋ ਆਰਟੀਕਲ ਅਗਰ ਇੱਥੇ 17 ਲਿਖਿਆ ਹੁੰਦਾ ਤਾਂ ਠੀਕ ਹੋ ਜਾਣਾ ਸੀ ਨਾ, ਕਿਉਂਕਿ ਆਰਟੀਕਲ 17 ਕੀ ਕਹਿੰਦਾ ਹੈ, ਅਬੋਲੀਸ਼ਨ ਆਫ ਅਨਟੱਚੇਬਿਲਿਟੀ ਕਹਿੰਦਾ। ਹੁਣ ਇਹਨਾਂ ਨੇ ਕੀ ਲਿਖਤਾ, 18 ਲਿਖਤਾ, ਇਹਦਾ ਮਤਲਬ ਆਹ ਵਾਲਾ ਜਿਹੜਾ ਆਪਣੇ ਕੋਲ B ਆਪਸ਼ਨ ਆਪਣਾ ਆਨਸਰ ਆ ਜਾਏਗਾ, ਕਿਉਂਕਿ ਇਹ ਠੀਕ ਨਹੀਂ ਹੈਗਾ। ਹਾਂਜੀ, ਆਰਟੀਕਲ 18 ਇਹ ਚੀਜ਼ ਨਹੀਂ ਕਹਿੰਦਾ, ਅਬੋਲੀਸ਼ਨ ਆਫ ਅਨਟੱਚੇਬਿਲਿਟੀ ਨਹੀਂ ਕਹਿੰਦਾ, ਤਾਂ ਕਿ ਕਿਹੜਾ ਆਰਟੀਕਲ ਕਹਿੰਦਾ, ਇਹ 17 ਨੰਬਰ ਆਰਟੀਕਲ ਕਹਿੰਦਾ। ਤਾਂ ਆਪਾਂ ਨੂੰ 20 ਪੜ੍ਹਨ ਦੀ ਲੋੜ ਹੀ ਨਹੀਂ ਹੈਗੀ, ਵੈਸੇ ਪੜ੍ਹ ਲਓ। ਆਰਟੀਕਲ 20 ਕੀ ਹੈ, ਰਾਈਟ ਅਗੇਂਸਟ ਸੈਲਫ ਇਨਕ੍ਰੀਮੇਸ਼ਨ, ਠੀਕ ਹੈ ਜੀ। ਤਾਂ ਤੁਸੀਂ ਹੁਣ ਮੈਨੂੰ ਦੱਸਣਾ ਹੈ, ਤੁਸੀਂ ਪੋਲਿਟੀ ਧਿਆਨ ਨਾਲ ਪੜ੍ਹੀ ਹੋਈ ਹੈ ਨਾ ਸਾਰਿਆਂ ਨੇ, 14 ਤੋਂ 18 ਤੱਕ ਆਰਟੀਕਲ ਵੀ ਪੜ੍ਹੇ ਹੋਏ ਆ, ਤਾਂ 18 ਨੰਬਰ ਆਰਟੀਕਲ ਕਿਹਦੇ ਨਾਲ ਰਿਲੇਟਿਡ ਹੁੰਦਾ ਹੈ? ਹਾਂਜੀ, ਨਹੀਂ ਪਤਾ ਤਾਂ ਇਹਨੂੰ ਜਲਦੀ ਜਲਦੀ ਸਰਚ ਕਰਕੇ ਦੱਸੋ ਮੈਨੂੰ। ਹਾਂਜੀ, ਤਾਂ ਤੁਸੀਂ ਆਪਾਂ ਕੁਐਸਚਨਸ ਹਜੇ ਬਾਕੀ ਦੇ ਕੰਟੀਨਿਊ ਕਰਦੇ ਹਾਂ। ਵਿੱਚ ਮੈਂ ਤੁਹਾਨੂੰ ਇੱਕ ਮੈਂਸ਼ਨ ਕਰਨਾ ਚਾਹੁੰਦਾ ਕਿ ਸਤਿਗੁਰੂ ਕਲਾਸਿਸ ਮਲੋਟ ਦੇ ਵੱਲੋਂ ਕੀ ਹੈ ਇੱਕ ਬੈਚ ਚਲਾ ਰਹੇ ਹਾਂ ਅਸੀਂ, ਫੁੱਲ ਥਿਊਰੀ ਕੋਰਸ ਇਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਹੀ ਸਬਜੈਕਟ ਦੀ ਸਾਰੀ ਹੀ ਥਿਊਰੀ ਕਵਰ ਅਪ ਕਰਵਾਵਾਂਗੇ, ਮੈਥ, ਰੀਜ਼ਨਿੰਗ, GK, ਪੰਜਾਬੀ, ਇੰਗਲਿਸ਼। ਤਾਂ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਹੈਗੇ ਆ ਹੁਣ ਆਪਣੇ ਕੋਲ? ਐਕਸਾਈਜ਼ ਇੰਸਪੈਕਟਰ ਦੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ, ਇਲੈਕਸ਼ਨ ਕਾਨੂੰਗੋ ਅਪਕਮਿੰਗ ਜਿਹੜੀ ਪੋਸਟ ਆ ਰਹੀ ਹੈ ਪੰਜਾਬ ਦੇ ਵਿੱਚ, ਪਟਵਾਰੀ ਦੀ ਪੋਸਟ ਜਿਹੜੀ ਆਊਟ ਹੋਈ ਹੋਈ ਹੈ, ਬੇਸਿਕਲੀ ਇਹਦਾ ਜਿਹੜਾ ਪੇਪਰ ਹੈ ਉਹ ਬਿਲਕੁਲ ਨੇੜੇ ਵੀ ਆ ਚੁੱਕਿਆ। ਸੁਣਨ 'ਚ ਇਹ ਆਇਆ ਕਿ ਜੁਲਾਈ ਤੇ ਮੰਥ ਦੇ ਵਿੱਚ ਜਿਹੜਾ ਕਿ ਇਹ ਪੇਪਰ ਹੋ ਜਾਏਗਾ, ਠੀਕ ਹੈ ਜੀ। ਨੈਕਸਟ ਸਕੂਲ ਲਾਈਬ੍ਰੇਰੀਅਨ, ਸਕੂਲ ਲਾਈਬ੍ਰੇਰੀਅਨ ਦੇ ਵਿੱਚ ਵੀ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਸੀਗੀਆਂ 750 ਦੇ ਨੀਅਰ ਅਬਾਊਟ, ਇਹਦਾ ਵੀ ਜਿਹੜਾ ਬੈਚ ਹੈ ਸਾਡੇ ਕੋਲ ਚੱਲ ਰਿਹਾ ਆਲਰੇਡੀ, ਔਨਲਾਈਨ ਬੈਚ ਚੱਲ ਰਿਹਾ, ਠੀਕ ਹੈ ਜੀ। ਪੰਜਾਬ ਪੁਲਿਸ ਦੇ ਰਿਲੇਟਿਡ ਜਿਹੜਾ ਕਿ ਨਵਾਂ ਬੈਚ ਬਿਲਕੁਲ ਫਰੈਸ਼ ਔਨਲਾਈਨ ਬੈਚ ਜਿਹੜਾ ਸਟਾਰਟ ਹੋਣ ਜਾ ਰਿਹਾ 10th of June। ਤਾਂ 10th of June ਅਗਰ ਤੁਸੀਂ ਇਸ ਚੀਜ਼ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇਹ ਜਿਹੜਾ ਬੈਚ ਹੈ ਇਹ ਪੰਜਾਬ ਪੁਲਿਸ ਪਲੱਸ ਜੇਲ੍ਹ ਵਾਰਡਰ, ਇਹ ਦੋਨਾਂ ਦੇ ਲਈ ਕੀ ਹੈ ਇੱਕ ਸਿਮਿਲਰ ਬੈਚ ਹੋਏਗਾ, ਕਿਉਂਕਿ ਦੋਨਾਂ ਦਾ ਸਿਲੇਬਸ ਬਿਲਕੁਲ ਸੇਮ ਹੈ। ਤਾਂ ਜਿੱਥੇ ਵੀ ਡਿਫਰੈਂਸ ਹੋਇਆ ਤਾਂ ਤੁਹਾਨੂੰ ਅਸੀਂ ਨਾਲ ਨਾਲ ਕਲੀਅਰ ਕਰ ਦਾਂਗੇ, ਠੀਕ ਹੈ ਜੀ। ਤਾਂ 10th of June ਨੂੰ ਅਸੀਂ ਨਵਾਂ ਬੈਚ ਸਟਾਰਟ ਕਰਨ ਜਾ ਰਹੇ ਹਾਂ।
ਜਿੰਦੇ ਵਿੱਚ ਅਸੀਂ ਤੁਹਾਨੂੰ ਸਾਰੇ ਜਿਹੜੇ ਕੋਰਸਿਸ ਦੀਆਂ ਵੀਡੀਓਜ਼ ਪ੍ਰੋਵਾਈਡ ਕਰਾਂਗੇ, ਰਿਕਾਰਡਡ ਲੈਕਚਰਸ ਹੋਣਗੇ, ਜੋਗਰਾਫੀ, ਹਿਸਟਰੀ, ਪੋਲਿਟੀ, ਇਕਨੋਮਿਕਸ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਐਂਡ ਸਟੈਟਿਕ ਕੁਐਸਚਨ, ਇਹ ਸਾਰਾ ਕੁਝ ਆਪਾਂ ਪੜਾਂਗੇ। ਇਹਦੇ ਤੋਂ ਜਿਹੜੇ ਕੁਐਸਚਨਸ ਡੈਫੀਨੇਟਲੀ ਤੁਹਾਡੀ ਜੀਕੇ ਦੇ ਵਿੱਚ ਕਾਫੀ ਜਿਹੜਾ ਵਧੀਆ ਪਰਫਾਰਮੈਂਸ ਹੋ ਜਾਏਗੀ। ਨਾਲ ਇਹਦੇ ਵਿੱਚ ਕਰੰਟ ਅਫੇਅਰਸ ਵੀ ਹੋਣਗੇ, ਠੀਕ ਹੈ ਜੀ। ਮੈਥਸ ਦੀਆਂ ਬਿਲਕੁਲ ਬੇਸਿਕ ਕਲਾਸਿਸ ਆਪਾਂ ਸਟਾਰਟ ਕਰਕੇ ਬਿਲਕੁਲ ਬੇਸ ਤੋਂ ਤੁਹਾਨੂੰ ਜਿੰਨਾ ਵੀ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਮੈਥਸ ਦੇ ਵਿੱਚ, ਤਾਂ ਬਿਲਕੁਲ ਬੇਸਿਕ ਦੋਨੋਂ ਲੈਂਗੁਏਜਸ ਦੇ ਵਿੱਚ ਹੋਊਗਾ ਇਹ, ਇੰਗਲਿਸ਼ ਮੀਡੀਅਮ ਵੀ ਔਰ ਪੰਜਾਬੀ ਮੀਡੀਅਮ ਵੀ, ਠੀਕ ਹੈ ਜੀ। ਈਵਨ ਇਹ ਜਿਹੜੇ ਬਾਈਲਿੰਗੁਅਲ ਕਲਾਸ ਹੋਏਗੀ, ਉਸੇ ਤਰ੍ਹਾਂ ਰੀਜ਼ਨਿੰਗ ਹੈ, ਬਿਲਕੁਲ ਬੇਸਿਕ ਟੂ ਹਾਈ ਲੈਵਲ ਤੱਕ ਕਰਵਾ ਰਹੀਆਂ। ਪਹਿਲਾਂ ਬਿਲਕੁਲ ਬੇਸਿਕ ਸਟਾਰਟ ਕੀਤੀ ਜਾਊਗੀ, ਦੈਨ ਉਸ ਤੋਂ ਬਾਅਦ ਇੰਗਲਿਸ਼ ਐਂਡ ਪੰਜਾਬੀ, ਇਹਨਾਂ ਦੇ ਵਿਦ MCQs ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਪੰਜਾਬ ਦੀ ਜੀਕੇ ਦੇ ਉੱਪਰ ਆਪਾਂ ਸਪੈਸ਼ਲੀ ਫੋਕਸ ਕਰਾਂਗੇ, ਜਿੰਦੇ ਵਿੱਚ ਤੁਹਾਨੂੰ ਨੀਅਰ ਅਬਾਊਟ ਅਸੀਂ 10,000 ਪਲੱਸ MCQs ਪ੍ਰੋਵਾਈਡ ਕਰਾਂਗੇ ਸਾਰੇ ਸਬਜੈਕਟਸ ਦੇ। ਇਹ ਵੀ ਇਨਕਲੂਡਿਡ ਹੈ ਆਨਲਾਈਨ ਬੈਚ ਦੇ ਵਿੱਚ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨੀਚੇ ਨੰਬਰਸ ਫਲੈਸ਼ ਹੋ ਰਹੇ ਆ, ਤੁਸੀਂ ਇਹਨਾਂ ਉੱਪਰ ਕੰਟੈਕਟ ਕਰ ਸਕਦੇ ਹੋ। ਹਾਂਜੀ, ਨੈਕਸਟ ਅਗਲਾ ਕੁਐਸਚਨ ਆਪਾਂ ਮੂਵ ਕਰਦੇ ਹਾਂ। ਕਿਓਟੋ ਪ੍ਰੋਟੋਕੋਲ ਦਾ ਮੋਸਟ ਇੰਪੋਰਟੈਂਟ, ਦੇਖੋ এনवायरमेंट ਦੇ ਵਿੱਚੋਂ ਕਾਫੀ ਜਿਹੜੇ ਕੁਐਸਚਨਸ ਪੁੱਛੇ ਜਾਂਦੇ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ, ਤਾਂ ਇੱਥੇ ਤਾਂ ਬਿਲਕੁਲ ਸਿੰਪਲ ਕੁਐਸਚਨ ਪੁੱਛਿਆ ਗਿਆ ਕਿਓਟੋ ਪ੍ਰੋਟੋਕੋਲ ਬਾਰੇ, ਬਿਲਕੁਲ ਹੀ ਸਿੰਪਲ ਕੁਐਸਚਨ ਹੈ, ਫਿਰ ਵੀ ਆਪਾਂ ਇਹਦੀ ਡਿਟੇਲ ਪੜ੍ਹ ਲੈਂਦੇ ਹਾਂ। ਤਾਂ ਕਿਓਟੋ ਪ੍ਰੋਟੋਕੋਲ ਕਿਹਦੇ ਨਾਲ ਰਿਲੇਟਿਡ ਹੈ? ਇਹ ਸਿੰਪਲ ਹੈ, এনवायरमेंट ਦੇ ਰਿਲੇਟਿਡ ਹੈ। ਹੁਣ ਹੈ ਕੀ ਚੀਜ਼ ਸੀ ਬੇਸਿਕਲੀ ਕਿਓਟੋ ਪ੍ਰੋਟੋਕੋਲ ਦੇ ਵਿੱਚ ਤੁਸੀਂ ਗ੍ਰੀਨ ਹਾਊਸ ਗੈਸਿਸ ਸੁਣਿਆ ਹੋਊਗਾ, ਗ੍ਰੀਨ ਹਾਊਸ ਗੈਸਿਸ ਬਾਰੇ ਸੁਣਿਆ ਹੋਇਆ। ਇਨ ਸ਼ੋਰਟ ਇਹਨਾਂ ਗ੍ਰੀਨ ਹਾਊਸ ਗੈਸਿਸ ਨੂੰ ਕੀ ਕਹਿੰਦੇ ਆਪਾਂ? GHGs ਬੋਲਦੇ ਹਾਂ, ਠੀਕ ਹੈ, ਗ੍ਰੀਨ ਹਾਊਸ ਗੈਸਿਸ, ਜਿੰਦੇ ਨਾਲ ਕੀ ਹੋ ਰਿਹਾ ਆਪਣੀ ਅਰਥ ਦੇ ਉੱਪਰ ਟੈਂਪਰੇਚਰ ਰਾਈਜ਼ ਹੋ ਰਿਹਾ, ਜਿਹੜੀ ਟਰਮ ਨੂੰ ਆਪਾਂ ਕੀ ਕਹਿੰਦੇ ਆ? ਗਲੋਬਲ ਵਾਰਮਿੰਗ ਦੇ ਨਾਮ ਨਾਲ ਜਾਣਿਆ ਜਾਂਦਾ, ਠੀਕ ਹੈ ਜੀ। ਹਾਂਜੀ, ਗ੍ਰੀਨ ਹਾਊਸ ਗੈਸਿਸ ਦੀ ਜਿਹੜੀ ਐਮਿਸ਼ਨ ਹੈ, ਉਹ ਇਹਦੀ ਐਮਿਸ਼ਨ ਨੂੰ ਘੱਟ ਕਰਨ ਦੇ ਲਈ, ਰਿਡਿਊਸ ਕਰਨ ਦੇ ਲਈ ਇਹ ਜਿਹੜਾ ਪ੍ਰੋਟੋਕੋਲ ਸਾਈਨ ਕੀਤਾ ਗਿਆ ਸੀ। ਇਹ ਜਿਹੜਾ ਕਿਓਟੋ ਪ੍ਰੋਟੋਕੋਲ ਸਾਈਨ ਕੀਤਾ ਗਿਆ ਸੀ ਕਿੰਦੀ ਕਿਹੜੀ ਏਜੰਸੀ ਦੁਆਰਾ ਕੀਤਾ ਗਿਆ? ਤਾਂ UNFCCC ਦੁਆਰਾ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ, ਠੀਕ ਹੈ ਜੀ। ਤਾਂ ਇਹਦੇ ਦੁਆਰਾ ਇਹ ਜਿਹੜਾ ਪ੍ਰੋਟੋਕੋਲ ਸਾਈਨ ਕੀਤਾ ਗਿਆ ਸੀ। ਨੈਕਸਟ, ਥਰਮੋਸਟੈਟ ਇਜ਼ ਅ ਡਿਵਾਈਸ ਯੂਜ਼ਡ ਫॉर, ਕਿੰਦੇ ਲਈ ਯੂਜ਼ ਕੀਤਾ ਜਾਂਦਾ ਹੈ ਥਰਮੋਸਟੈਟ? ਹਾਂਜੀ, ਥਰਮੋਸਟੈਟ ਦਾ ਮਤਲਬ ਕੀ? ਦੇਖੋ ਅਗਰ ਤੁਹਾਨੂੰ ਨਹੀਂ ਪਤਾ, ਤੁਸੀਂ ਪੇਪਰ ਦੇ ਵਿੱਚ ਸਾਇੰਸ ਦੇ ਕੁਐਸਚਨਸ ਅਗਰ ਨਹੀਂ ਪਤਾ, ਤਾਂ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਤੁਹਾਡੇ ਕੋਲ। ਥਰਮ ਜਿਹੜਾ ਵਰਡ ਹੈ ਯੂਜ਼ ਕੀਤਾ ਜਾਂਦਾ ਬੇਸਿਕਲੀ ਥਰਮ, ਇਹ ਕਿੰਦੇ ਲਈ ਯੂਜ਼ ਕੀਤਾ ਜਾਂਦਾ ਹੈ? ਇਹ ਹੀਟ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਮਤਲਬ ਕਿੱਥੇ ਵੀ ਸਾਇੰਸ ਦੇ ਵਿੱਚ ਹੀਟ ਦੇ ਨਾਲ ਰਿਲੇਟਿਡ ਕੋਈ ਐਕਸਪੈਰੀਮੈਂਟ ਕਰਨਾ ਹੈ ਜਾਂ ਕੋਈ ਵੀ ਚੀਜ਼ ਕਰਨੀ ਹੈ ਨਾ, ਤਾਂ ਉੱਥੇ ਥਰਮ ਵਰਡ ਯੂਜ਼ ਕਰਨਗੇ, THER। ਹੁਣ ਸਟੈਟ ਦਾ ਮਤਲਬ ਕੀ ਹੋਇਆ? ਸਟੈਟ ਦਾ ਮਤਲਬ ਹੁੰਦਾ ਸਟੈਟਿਕ, ਸਟੈਟਿਕ ਮਤਲਬ ਖੜਿਆ ਹੋਇਆ, ਮਤਲਬ ਜਿੰਦੇ ਵਿੱਚ ਚੇਂਜ ਨਹੀਂ ਹੋਣਾ, ਜਿਹਨੂੰ ਆਪਾਂ ਰੈਗੂਲੇਟ ਕਰ ਸਕਦੇ ਹਾਂ, ਮਤਲਬ ਜਿਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਟੈਟ। ਹੁਣ ਤੁਸੀਂ ਦੇਖੋ ਇਸ ਕੁਐਸਚਨ ਦਾ ਆਨਸਰ, ਤਾਂ ਥਰਮੋਸਟੈਟ ਜਿਹੜਾ ਡਿਵਾਈਸ ਆ ਉਹ ਕਿੰਦੇ ਲਈ ਯੂਜ਼ ਕੀਤਾ ਜਾਂਦਾ ਹੈ? ਸਵਿਚਿੰਗ ਆਫ ਇਲੈਕਟ੍ਰਿਕ ਅਪਲਾਈਐਂਸਿਸ? ਨਹੀਂ ਜੀ, ਇਹ ਤਾਂ ਆ ਹੀ ਨਹੀਂ ਸਕਦਾ ਕਿਉਂਕਿ ਹੀਟ ਦੇ ਨਾਲ ਰਿਲੇਟਿਡ ਹੈ। ਮੈਜ਼ਰਿੰਗ ਟੈਂਪਰੇਚਰ? ਚਲੋ ਇੱਕ ਵਾਰੀ ਆਪਾਂ ਪੈਂਡਿੰਗ ਛੱਡਦੇ ਹਾਂ ਕਿਉਂਕਿ ਟੈਂਪਰੇਚਰ ਦੀ ਗੱਲ ਆ ਗਈ, ਤੇ ਜੇ ਟੈਂਪਰੇਚਰ ਦੀ ਗੱਲ ਆ ਗਈ ਤਾਂ ਇਹਦਾ ਮਤਲਬ ਕੀ ਹੋਇਆ ਆਪਣੇ ਕੋਲ? ਹੀਟ ਦੀ ਵੀ ਗੱਲ ਆ ਗਈ। ਨੈਕਸਟ, ਰੈਗੂਲੇਟਿੰਗ ਟੈਂਪਰੇਚਰ, ਰੈਗੂਲੇਟਿੰਗ ਟੈਂਪਰੇਚਰ, ਹਾਂਜੀ ਰੈਗੂਲੇਟਿੰਗ ਵਰਡ ਆ ਗਿਆ, ਟੈਂਪਰੇਚਰ ਵੀ ਆ ਗਿਆ, ਇਹਦਾ ਮਤਲਬ ਦੋਨੋਂ ਚੀਜ਼ਾਂ ਆ ਗਈਆਂ। ਤਾਂ ਆਪਣਾ ਆਨਸਰ ਕੀ ਆ ਜਾਏਗਾ? 48 ਨੰਬਰ ਦਾ ਕੁਐਸਚਨ ਦਾ ਆਨਸਰ ਕੀ ਆਇਆ? ਰੈਗੂਲੇਟਿੰਗ ਟੈਂਪਰੇਚਰ ਜਿਹੜਾ ਡਿਵਾਈਸ ਯੂਜ਼ ਕੀਤਾ ਜਾਂਦਾ। ਨੈਕਸਟ, ਬਾਇਓ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਜੀ। ਹਾਂਜੀ, ਨੰਬਰ ਆਫ ਕ੍ਰੋਮੋਸੋਮਸ ਇਨ ਨਾਰਮਲ ਹਿਊਮਨ ਬੋਡੀ ਸੈੱਲ, ਤਾਂ ਕ੍ਰੋਮੋਸੋਮਸ ਕਿੰਨੇ ਹੁੰਦੇ ਆ? ਅਗਰ ਆਪਾਂ ਪੇਅਰ ਦੀ ਫਾਰਮ 'ਚ ਦੇਖਾਂਗੇ ਤਾਂ ਕਿੰਨੇ ਪੇਅਰ ਹੁੰਦੇ ਆ? 23 ਪੇਅਰ ਹੁੰਦੇ ਆ। ਇਹਦੀ ਥੋੜੀ ਜਿਹੀ ਡਿਟੇਲ ਵੀ ਮੈਂ ਤੁਹਾਨੂੰ ਦੱਸ ਦਿੰਦਾ। 23 ਪੇਅਰ ਹੁੰਦੇ ਆ। ਪੇਅਰ ਦੀ ਗੱਲ ਕੀਤੀ ਜਾਵੇ, ਅਗਰ ਆਪਾਂ ਕਾਊਂਟਿੰਗ ਕਰਾਂਗੇ ਤਾਂ 23 ਪੇਅਰ ਕਿੰਨੇ ਬਰਾਬਰ ਹੋ ਜਾਣਗੇ? 46 ਦੇ ਬਰਾਬਰ ਹੋ ਜਾਣਗੇ। ਤਾਂ ਆਪਣੇ ਕੋਲ ਆਨਸਰ ਕੀ ਆ ਜਾਊਗਾ? ਇਹਦਾ 46 ਆ ਗਿਆ। ਹੁਣ ਇਹਦੇ 'ਚ ਧਿਆਨ ਦਿਓ, ਜਿਹੜੇ ਫਸਟ 22 ਪੇਅਰ ਹੋਣਗੇ, ਮਤਲਬ 44 ਜਿਹੜੇ ਪੇਅਰ 44 ਕ੍ਰੋਮੋਸੋਮਸ ਹੋਣਗੇ, ਇਹ ਤਾਂ ਡਿਸਾਈਡ ਕਰਦੇ ਆ ਪਰਸਨ ਦੀ ਗਰੋਥ ਨੂੰ, ਡਿਵੈਲਪਮੈਂਟ ਨੂੰ, ਠੀਕ ਹੈ ਜੀ। ਮਤਲਬ ਉਸ ਪਰਸਨ ਦੀ ਗਰੋਥ ਕਿਸ ਤਰ੍ਹਾਂ ਹੋਏਗੀ, ਡਿਵੈਲਪਮੈਂਟ ਕਿਸ ਤਰ੍ਹਾਂ ਹੋਏਗੀ। ਜਿਹੜਾ ਲਾਸਟ ਪੇਅਰ ਹੋਊਗਾ, 23rd ਪੇਅਰ ਹੋਊਗਾ,
ਇਹ ਕੀ ਡਿਸਾਈਡ ਕਰਦਾ ਹੈ ਕਿ ਜਿਹੜਾ ਬੇਬੀ ਹੋਣਾ ਹੈ ਉਹ ਬॉय ਹੋਏਗਾ, ਬੇਬੀ ਬॉय ਹੋਏਗਾ ਜਾਂ ਬੇਬੀ ਗਰਲ ਹੋਏਗੀ। ਠੀਕ ਹੈ ਜੀ, ਤਾਂ ਇਹ ਡਿਸਾਈਡ ਇਹਦੇ ਦੁਆਰਾ ਕੀਤਾ ਜਾਂਦਾ। ਕਈ ਵਾਰ ਕੁਐਸਚਨ ਆਪਣੇ ਕੋਲ ਥੋੜਾ ਡੀਪ ਵੀ ਆ ਜਾਂਦਾ। ਨੈਕਸਟ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਹੜੱਪਨ ਸਾਈਟ। ਹਾਂਜੀ, ਹਿਸਟਰੀ ਦੇ ਵਿੱਚੋਂ ਕੁਐਸਚਨ। ਤਾਂ ਹੜੱਪਨ ਸਾਈਟ ਕਿਹੜੀ ਨਹੀਂ ਹੈਗੀ ਇਹਨਾਂ ਵਿੱਚੋਂ? ਕਾਲੀਬੰਗਾ ਹੈਗੀ ਹੈ, ਡੈਫੀਨੇਟਲੀ ਹੈਗੀ ਹੈ। ਲੋਥਲ, ਇਹ ਵੀ ਆਪਾਂ ਪੜ੍ਹ ਚੁੱਕੇ ਹਾਂ, ਹਿਸਟਰੀ ਜਿਨ੍ਹਾਂ ਨੇ ਪੜ੍ਹੀ ਹੋਈ ਹੈ। ਰੋਪੜ, ਹਾਂਜੀ ਪੰਜਾਬ ਦੇ ਵਿੱਚ ਰੋਪੜ ਵੀ ਹੈਗੀ ਹੈ। ਕਪੂਰਥਲਾ ਜਿਹੜੀ ਆ ਉਹ ਨਹੀਂ ਹੈਗੀ, ਇਹਦੇ ਵਿੱਚ ਕੋਈ ਵੀ ਹੜੱਪਾ ਦੇ ਨਾਲ ਰਿਲੇਟਿਡ ਕੁਝ ਵੀ ਨਹੀਂ ਮਿਲਿਆ। ਨੈਕਸਟ, ਹਾਂਜੀ 59 ਨੰਬਰ ਕੁਐਸਚਨ, ਦ ਚੇਅਰਮੈਨ ਆਫ ਰਾਜ ਸਭਾ ਇਜ਼ ਇਲੈਕਟਿਡ ਬਾਈ। ਰਾਜ ਸਭਾ ਦਾ ਚੇਅਰਮੈਨ ਕਿਹਦੇ ਦੁਆਰਾ ਇਲੈਕਟ ਕੀਤਾ ਜਾਂਦਾ ਹੈ? ਇਲੈਕਟਿਡ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ। ਨੈਕਸਟ 60 ਨੰਬਰ ਕੁਐਸਚਨ, ਹਾਂਜੀ ਸਕੈਲਡਿੰਗ ਵਿਦ ਸਟੀਮ ਇਜ਼ ਮੋਰ ਸਵੀਅਰ। ਮਤਲਬ ਕੀ ਹੈ ਕਿ ਅਗਰ ਸਟੀਮ ਆਪਣੀ ਬੋਡੀ ਦੇ ਉੱਪਰ ਲੱਗ ਜਾਵੇ ਤਾਂ ਉਹਦੇ ਨਾਲ ਜ਼ਿਆਦਾ ਪੇਨ ਹੁੰਦੀ ਹੈ ਐਜ਼ ਕੰਪੇਅਰ ਟੂ ਸਕੈਲਡਿੰਗ ਬਾਈ ਬੋਇਲਿੰਗ ਵਾਟਰ। ਇਹਦਾ ਕਾਰਨ ਕੀ ਹੈ? ਮਤਲਬ ਜੇ ਆਪਾਂ ਸਟੀਮ ਲਈਏ ਤਾਂ ਪੇਨ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਬੋਇਲਿੰਗ ਵਾਟਰ ਦੇ। ਜੇ ਬੋਇਲਿੰਗ ਵਾਟਰ ਪਾ ਦਈਏ ਤਾਂ ਪੇਨ ਥੋੜੀ ਘੱਟ ਹੋਊਗੀ। ਕਾਰਨ ਕੀ ਹੈ? ਹੁਣ ਇਹਦਾ ਕਾਰਨ ਇਹਨਾਂ ਨੇ ਪੁੱਛਿਆ ਹੋਇਆ ਕਿਉਂਕਿ ਨਾ ਸਟੀਮ ਦੇ ਵਿੱਚ, ਇਹਦਾ ਡਾਇਰੈਕਟਲੀ ਤੁਸੀਂ ਆਨਸਰ ਯਾਦ ਕਰੋ, ਸਟੀਮ ਦੇ ਵਿੱਚ ਨਾ એનર્ਜੀ ਜ਼ਿਆਦਾ ਹੁੰਦੀ ਹੈ। ਇਹ ਜਿਹੜੀ એનર્ਜੀ ਹੁੰਦੀ ਹੈ ਬੋਇਲਿੰਗ ਵਾਟਰ ਤੋਂ ਜ਼ਿਆਦਾ ਹੁੰਦੀ ਹੈ। ਜੇ એનર્ਜੀ ਜ਼ਿਆਦਾ ਹੋਊਗੀ ਉਨਾ ਹੀ ਜ਼ਿਆਦਾ ਪ੍ਰਭਾਵ ਪਾਊਗੀ, ਜਿੰਨਾ ਜ਼ਿਆਦਾ ਪ੍ਰਭਾਵ ਪਾਊਗੀ ਉਨੀ ਹੀ ਜ਼ਿਆਦਾ ਕੀ ਹੋਊਗੀ ਆਪਣੀ ਬੋਡੀ 'ਚ ਪੇਨ ਹੋਏਗੀ। ਠੀਕ ਹੈ, ਤਾਂ ਸਟੀਮ ਜਿਹੜੀ ਆ ਉਹ એનર્ਜੀ, ਹੁਣ ਇਹ એનર્ਜੀ ਕਿਹੜੀ ਹੁੰਦੀ ਹੈ, ਕਿਸ ਰੂਪ ਦੇ ਵਿੱਚ ਹੁੰਦੀ ਹੈ, ਇਹ ਵੀ ਪੁਆਇੰਟ ਤੁਸੀਂ ਯਾਦ ਕਰ ਲਓ। ਲੇਟੈਂਟ ਹੀਟ। ਹਾਂਜੀ, ਲੇਟੈਂਟ ਹੀਟ ਕੀ ਹੁੰਦੀ ਹੈ? ਤੁਸੀਂ ਪੜ੍ਹਿਆ ਹੋਣਾ ਸਾਇੰਸ ਦੇ ਵਿੱਚ, ਕੈਮਿਸਟਰੀ ਦੇ ਵਿੱਚ ਪੜ੍ਹਿਆ ਹੋਊਗਾ, ਫਿਜ਼ਿਕਸ ਦੇ ਵਿੱਚ ਪੜ੍ਹਿਆ ਹੋਊਗਾ ਲੇਟੈਂਟ ਹੀਟ। ਨੈਕਸਟ ਆ ਗਿਆ ਆਪਣੇ ਕੋਲ 65 ਨੰਬਰ ਕੁਐਸਚਨ, ਹਿਊਮਿਡਿਟੀ ਬਾਰੇ ਕੁਐਸਚਨ ਹੈਗਾ। ਹਾਂਜੀ, ਹਿਊਮਿਡਿਟੀ, ਵੈਨ ਹਿਊਮਿਡਿਟੀ ਇਜ਼ ਐਕਸਪ੍ਰੈਸਡ ਐਜ਼ ਏ ਪਰਸੈਂਟੇਜ। ਜਦੋਂ ਆਪਾਂ ਹਿਊਮਿਡਿਟੀ ਨੂੰ ਪਰਸੈਂਟੇਜ ਦੀ ਫਾਰਮ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ? ਵਟ ਇਜ਼ ਇਟ ਕੋਲਡ? ਹਿਊਮਿਡਿਟੀ ਨੂੰ ਤਾਂ ਇਹਨੂੰ ਕੀ ਕਹਿੰਦੇ ਆਪਾਂ? ਰਿਲੇਟਿਵ ਹਿਊਮਿਡਿਟੀ। ਨੈਕਸਟ, ਪੀਵੀਸੀ ਬਾਰੇ ਸੁਣਿਆ ਹੋਊਗਾ। ਅੱਜ ਕੱਲ੍ਹ ਸ਼ੀਟਸ ਵੀ ਆ ਰਹੀਆਂ ਪੀਵੀਸੀ ਦੀਆਂ। ਤੁਸੀਂ ਆਪਣੇ ਘਰਾਂ ਦੇ ਵਿੱਚ ਪੀਵੀਸੀ ਜਿਹੜਾ ਯੂਜ਼ ਕੀਤਾ ਜਾਂਦਾ ਹੈ ਕਿ ਪਾਈਪਸ ਜਿਹੜੀਆਂ ਹੁੰਦੀਆਂ ਹੈ ਨਾ, ਸੈਨੀਟਰੀ ਪਾਈਪਸ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਉਹ ਵੀ ਪੀਵੀਸੀ ਦੀਆਂ ਹੁੰਦੀਆਂ। ਇਲੈਕਟ੍ਰਿਸਿਟੀ ਜਿਹੜੀਆਂ ਪਾਈਪਸ, ਅੰਡਰਗਰਾਊਂਡ ਪਾਈਪਸ ਪਾਈਆਂ ਜਾਂਦੀਆਂ ਜਿਨ੍ਹਾਂ ਵਿੱਚੋਂ ਵਾਇਰਸ ਕ੍ਰੋਸ ਕਰਕੇ ਜਾਂਦੀਆਂ ਤਾਂ ਉਹ ਵੀ ਪੀਵੀਸੀ ਦੀਆਂ ਹੁੰਦੀਆਂ। ਇੱਕ ਮਟੀਰੀਅਲ ਐਕਚੁਅਲੀ ਪੀਵੀਸੀ ਇੱਕ ਕੰਪਾਊਂਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਕਿੱਥੇ? ਪਲਾਸਟਿਕ ਇੰਡਸਟਰੀ ਦੇ ਵਿੱਚ। ਹੁਣ ਪੀਵੀਸੀ ਦੀ ਫੁੱਲ ਫਾਰਮ ਪੁੱਛੀ ਹੋਈ ਹੈ ਤਾਂ ਪੀਵੀਸੀ ਦੀ ਫੁੱਲ ਫਾਰਮ ਕੀ ਹੈ? ਪੋਲੀਵਿਨਾਈਲ ਕਲੋਰਾਈਡ। ਐਕਚੁਅਲੀ ਇਹ ਇੱਕ ਪੋਲੀਮਰ ਹੈ ਜਿਹੜਾ ਕਿ ਮੋਨੋਮਰਸ ਤੋਂ ਮਿਲ ਕੇ ਬਣਿਆ ਹੁੰਦਾ। ਨੈਕਸਟ, some of the measures suggested to curtail inflation। ਤਾਂ ਕੁਝ ਕੁ ਤਰੀਕੇ ਹੈ ਜਿਨਦੇ ਨਾਲ ਕੀ ਹੈ ਇਨਫਲੇਸ਼ਨ ਕੰਟਰੋਲ ਕੀਤੀ ਜਾ ਸਕਦੀ ਹੈ। ਤਾਂ ਕਿਹੜੇ ਕਿਹੜੇ ਤਰੀਕੇ ਹੋਣਗੇ ਇਹਦੇ ਵਿੱਚ? ਹਾਂਜੀ, ਕਿਹੜੇ ਕਿਹੜੇ ਤਰੀਕੇ ਹੋ ਸਕਦੇ ਆ? ਫਸਟ, restricting public expenditure। second ਹੈ mopping up increased liquidity through taxation or savings। and third one is strengthening public distribution system। ਹਾਂਜੀ, ਕਿਹੜੇ ਕਿਹੜੇ ਤਰੀਕੇ ਜਿਹਦੇ ਨਾਲ ਇਨਫਲੇਸ਼ਨ ਕੰਟਰੋਲ ਹੋ ਸਕਦੀ ਹੈ? ਐਕਚੁਅਲੀ ਇਹ ਜਿਹੜਾ ਕੁਐਸਚਨ ਹੈ ਇਕਨੋਮਿਕਸ ਦੇ ਵਿੱਚੋਂ ਆਇਆ ਹੋਇਆ ਤਾਂ ਇਹਦੇ ਵਿੱਚ ਜਿਹੜਾ ਫਸਟ ਐਂਡ ਸੈਕਿੰਡ, ਇਹਦੇ ਨਾਲ ਇਨਫਲੇਸ਼ਨ ਕੰਟਰੋਲ ਕੀਤੀ ਜਾਂਦੀ ਹੈ। ਜਿਹੜੀ ਕੰਪਲੀਟ ਥਿਊਰੀ ਆਪਾਂ ਇਕਨੋਮਿਕਸ ਦੇ ਵਿੱਚ ਇਹਦੀ ਡਿਸਕਸ ਕਰਾਂਗੇ ਫੁੱਲ ਥਿਊਰੀ ਕੋਰਸ ਦੇ ਵਿੱਚ। ਹਾਂਜੀ, ਨੈਕਸਟ, ਦ ਫੇਮਸ ਬ੍ਰੋਂਜ਼ ਫਿਗਰ ਨਟਰਾਜ belonging to Chola period depicts which Hindu deity in dancing form। ਐਕਚੁਅਲੀ ਕੀ ਪੁੱਛਦੇ ਆ ਇਹ? ਕਹਿੰਦਾ ਜਿਹੜਾ ਨਟਰਾਜ ਦੀ ਜਿਹੜੀ ਮੂਰਤੀ ਹੈ ਹਨਾ, ਜਿਹੜੀ ਨਟਰਾਜ ਦੀ ਜਿਹੜੀ ਮੂਰਤੀ ਹੁੰਦੀ ਹੈ ਤਾਂ ਉਹ ਕਿਸ ਦੇਵੀ ਦੇਵਤੇ ਦੇ ਨਾਲ ਸੰਬੰਧਿਤ ਹੈ? ਬਿਲਕੁਲ ਈਜ਼ੀ ਕੁਐਸਚਨ ਹੈ। ਤਾਂ ਇਹ ਡਾਂਸਿੰਗ ਐਕਚੁਅਲੀ ਸ਼ਿਵਾ ਜਿਹੜਾ ਹੁੰਦਾ ਹੈ ਨਾ, ਉਹ ਨਟਰਾਜ ਜਿਹੜੀ ਆਪਣੀ ਪੈਨਸਿਲ ਦੇ ਮਗਰ ਵੀ ਬਣਿਆ ਹੁੰਦਾ। ਨੈਕਸਟ, 81 ਨੰਬਰ ਕੁਐਸਚਨ, ਹੈਡਕੁਆਟਰਸ ਆਫ ਬ੍ਰਿਕਸ। ਹਾਂਜੀ, ਬ੍ਰਿਕਸ ਕੀ ਆ? 5 ਦੇਸ਼ਾਂ ਦਾ ਸਮੂਹ ਹੈ। ਕਿਹੜੇ ਕਿਹੜੇ ਦੇਸ਼ ਹੈ ਐਕਚੁਅਲੀ ਇਹਦੇ ਵਿੱਚ? ਬ੍ਰਿਕਸ ਦੇ ਵਿੱਚ ਹੀ ਇਹਨਾਂ ਦੇਸ਼ਾਂ ਦੇ ਨਾਮ ਹੈਗੇ ਆ। ਦੱਸ ਸਕਦੇ ਹੋ ਜੀ? ਬ੍ਰਿਕਸ ਦੇ ਵਿੱਚ ਕਿਹੜੇ ਕਿਹੜੇ ਦੇਸ਼ ਹੈ? ਐਕਚੁਅਲੀ ਇਹ ਪਹਿਲਾਂ ਬ੍ਰਿਕ ਹੁੰਦਾ ਸੀ, ਫਿਰ ਐਸ ਨਵੀਂ ਐਡ ਹੋਈ। ਕਿਹੜਾ? ਚਲੋ ਤੁਸੀਂ ਇੰਨਾ ਹੀ ਦੱਸ ਦਿਓ
ਕਿਹੜਾ ਦੇਸ਼ ਇਹਦੇ ਵਿੱਚ ਲਾਸਟ ਤੇ ਜੋ ਐਸ ਤੇ ਹੈ ਉਹ ਐਡ ਅਪ ਹੋਇਆ ਸੀ ਤਾਂ ਕਰਕੇ ਬ੍ਰਿਕਸ ਬਣਿਆ। ਬੀ ਤੇ ਬਾਕੀ ਮੈਂ ਦੱਸ ਦਿੰਦਾ ਤੁਹਾਨੂੰ। ਬੀ ਤੇ ਬ੍ਰਾਜ਼ੀਲ, ਆਰ ਤੇ ਰਸ਼ੀਆ, ਆਈ ਤੇ ਇੰਡੀਆ, ਡੈਫੀਨੇਟਲੀ ਇੰਡੀਆ ਹੈਗਾ ਇਹਦੇ ਵਿੱਚ ਬ੍ਰਿਕਸ ਦੇ ਵਿੱਚ, ਐਂਡ ਸੀ ਫॉर ਚਾਈਨਾ। ਐਸ ਵਾਲਾ ਤੁਸੀਂ ਦੱਸਣਾ ਜੀ ਜੋ ਬਾਅਦ ਦੇ ਵਿੱਚ ਐਡ ਹੋਇਆ ਸੀ। ਹਾਂਜੀ, ਹੁਣ ਇਹਨਾਂ ਨੇ ਕੁਐਸਚਨ ਕੀ ਪੁੱਛਿਆ ਹੋਇਆ ਕਿ ਬ੍ਰਿਕਸ ਦੇ ਜਿਹੜੇ ਹੈੱਡਕੁਆਟਰ ਆ ਉਹ ਕਿੱਥੇ ਹੈ। ਬ੍ਰਿਕਸ ਦੇ ਹੈੱਡਕੁਆਟਰ ਬਿਲਕੁਲ ਈਜ਼ੀ ਕੁਐਸਚਨ ਹੈ ਇਹ, ਜਿਨ੍ਹਾਂ ਨੇ ਆਰਗੇਨਾਈਜੇਸ਼ਨਸ ਬਾਰੇ ਕੰਪਲੀਟ ਪੜ੍ਹਿਆ ਹੋਇਆ। ਹਾਂਜੀ, ਸ਼ੰਘਾਈ ਦੇ ਵਿੱਚ ਇਹਦੇ ਹੈੱਡਕੁਆਟਰ ਹੈ, ਯਾਦ ਰੱਖ ਲਿਓ। ਨੈਕਸਟ ਸ਼ਡਿਊਲ ਦੱਸਣੇ ਆ ਜਿਹੜੇ ਇਨਕਰੈਕਟਲੀ ਮੈਚਡ ਹੈ। ਅੱਛਾ, ਇੱਕ ਸ਼ਡਿਊਲ ਦੱਸਣਾ ਵੀ ਕਿਹੜਾ ਇਨਕਰੈਕਟਲੀ ਮੈਚ ਹੈ। ਹਾਂਜੀ, 12 ਸ਼ਡਿਊਲ ਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ, ਜਿਨ੍ਹਾਂ ਨੂੰ ਯਾਦ ਕਰਨ ਦੀ ਟ੍ਰਿਕ ਕੀ ਹੈ ਸਾਰਿਆਂ ਨੂੰ ਪਤਾ ਹੋਏਗਾ। ਟੀਅਰਸ ਆਫ ਓਲਡ ਪੀਐਮ, ਟੀਅਰਸ ਆਫ ਓਲਡ ਪੀਐਮ, ਜਿਨ੍ਹਾਂ ਨੇ ਪੋਲਿਟੀ ਕੰਪਲੀਟ ਪੜ੍ਹ ਚੁੱਕੇ ਹੋ ਉਹਨਾਂ ਨੂੰ ਪਤਾ ਹੋਏਗਾ ਕਿ ਇਹਨਾਂ ਦੇ ਜਿਹੜੇ 12 ਆਪਣੇ ਸ਼ਡਿਊਲ ਹੈਗੇ ਆ। ਹੁਣ ਦੱਸਣਾ ਆਪਣੇ ਕੋਲ ਕਿਹੜਾ ਸ਼ਡਿਊਲ ਗਲਤ ਹੈ। ਹਾਂਜੀ, ਤਾਂ ਅਗਰ ਆਪਾਂ ਲਾਸਟ ਤੇ ਗੱਲ ਕਰੀਏ, ਪਿੱਛੋਂ ਸਟਾਰਟ ਕਰ ਲੈਂਦੇ ਆਪਾਂ ਕਿਉਂਕਿ ਜਿਹੜੇ 7th 8th 10th 11th ਹੀ ਦੱਸੇ ਹੋਏ ਆ ਨਾ, ਤਾਂ ਆਪਾਂ ਜੇ ਲਾਸਟ ਤੋਂ ਗੱਲ ਕਰੀਏ ਤਾਂ 12th ਨੰਬਰ ਸ਼ਡਿਊਲ ਕਿਹਦੇ ਨਾਲ ਰਿਲੇਟਡ ਹੈ, ਮਿਊਨਿਸਪੈਲਿਟੀਜ਼ ਦੇ ਨਾਲ ਰਿਲੇਟਡ ਹੈ, ਮਿਊਨਿਸਪੈਲਿਟੀਜ਼। ਠੀਕ ਹੈ ਜੀ। 11th ਨੰਬਰ ਸ਼ਡਿਊਲ ਕਿਹਦੇ ਨਾਲ ਰਿਲੇਟਡ ਹੈ, ਪੰਚਾਇਤੀ ਰਾਜ। ਹੁਣ ਤੁਸੀਂ ਧਿਆਨ ਨਾਲ ਦੇਖੋ, 12 ਨੰਬਰ ਤਾਂ ਆਪਾਂ ਨੂੰ ਦਿੱਤਾ ਨਹੀਂ ਹੋਇਆ ਆਪਸ਼ਨ ਦੇ ਵਿੱਚ, 11 ਨੰਬਰ ਦਿੱਤਾ ਹੋਇਆ। 11 ਨੰਬਰ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੋਇਆ, ਲੈਂਡ ਰਿਫੋਰਮਸ। ਲੈਂਡ ਰਿਫੋਰਮਸ ਨਹੀਂ ਹੈਗੇ ਇਹ, ਕਿਹਦੇ ਨਾਲ ਰਿਲੇਟਡ ਹੈ, ਪੰਚਾਇਤੀ ਰਾਜ ਦੇ ਨਾਲ ਰਿਲੇਟਡ ਹੈ। ਤਾਂ ਆਪਣਾ ਆਨਸਰ ਕੀ ਆ ਗਿਆ, ਆਪਸ਼ਨ ਨੰਬਰ 4। ਨੈਕਸਟ, RBI ਐਕਟਸ ਐਜ਼ ਏ ਬੈਂਕਰਜ਼ ਬੈਂਕ। ਹਾਂਜੀ, RBI ਬਾਰੇ ਇਕਨੋਮਿਕਸ ਦੇ ਵਿੱਚੋਂ, ਬੈਂਕਿੰਗ ਦੇ ਵਿੱਚੋਂ ਫਿਰ ਕੁਐਸਚਨ ਆ ਚੁੱਕਿਆ। ਤਾਂ RBI ਐਕਟਸ ਐਜ਼ ਏ ਬੈਂਕਰਜ਼ ਬੈਂਕ ਕੀ ਕਹਿੰਦਾ ਇਹ, ਅਦਰ ਬੈਂਕਸ ਰਿਟੇਨ ਦੇਅਰ ਡਿਪੋਜ਼ਿਟ ਵਿਦ RBI, ਡੈਫੀਨੇਟਲੀ ਹੈਗੀ ਹੈ ਚੀਜ਼। RBI lends funds to the commercial in times of need, ਹਾਂਜੀ। RBI advises commercial banks on monetary matters, ਹਾਂਜੀ। RBI ਇੱਕ ਮੋਨਿਟਰੀ ਪੋਲਿਸੀ ਵੀ ਜਾਰੀ ਕਰਦਾ ਹੁੰਦਾ। ਤਾਂ ਤਿੰਨੋਂ ਹੀ ਠੀਕ ਹੈ ਆਪਣੇ ਕੋਲ, ਆਨਸਰ ਕੀ ਆ ਜਾਏਗਾ, ਡੀ ਆਪਸ਼ਨ ਆ ਜਾਏਗੀ। ਨੈਕਸਟ 4th question number 93rd, sorry, who administers the oath of office to the president of India। ਬਿਲਕੁਲ ਈਜ਼ੀ ਕੁਐਸਚਨ, ਪੋਲਿਟੀ ਦੇ ਵਿੱਚੋਂ ਕੁਐਸਚਨ ਜਿਹੜਾ ਉਹ ਆਇਆ ਹੋਇਆ। ਤਾਂ ਚੀਫ ਜਸਟਿਸ ਆਫ ਇੰਡੀਆ ਜਿਹੜਾ ਉਹ ਐਡਮਿਨਿਸਟਰ ਕਰਦਾ ਕਿੰਦੀ ਸਹੁੰ ਨੂੰ, ਪ੍ਰੈਜ਼ੀਡੈਂਟ ਦੀ ਸਹੁੰ ਨੂੰ। ਪ੍ਰਾਈਮ ਮਿਨਿਸਟਰ ਦੀ ਸਹੁੰ ਨੂੰ ਕੌਣ ਹਾਂਜੀ ਕਰਦਾ, ਪ੍ਰਾਈਮ ਮਿਨਿਸਟਰ ਨੂੰ ਸਹੁੰ ਕੌਣ ਚੁਕਵਾਉਂਦਾ, ਪ੍ਰੈਜ਼ੀਡੈਂਟ ਆਫ ਇੰਡੀਆ। ਵਾਈਸ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਵਾਉਂਦਾ ਹੈ, ਪ੍ਰੈਜ਼ੀਡੈਂਟ। ਅਗਰ ਵਾਈਸ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦੇਣਾ ਤਾਂ ਕਿਹਨੂੰ ਦੇਗਾ, ਪ੍ਰੈਜ਼ੀਡੈਂਟ ਨੂੰ ਦੇਗਾ। ਅਗਰ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਦੇਣਾ ਤਾਂ ਉਹ ਵੀ ਕਿਹਨੂੰ ਦੇਗਾ, ਪ੍ਰੈਜ਼ੀਡੈਂਟ ਨੂੰ ਦੇਗਾ। ਨੈਕਸਟ ਆ ਗਿਆ ਆਪਣੇ ਕੋਲ ਓਪਨ ਮਾਰਕੀਟ ਆਪਰੇਸ਼ਨਸ। ਇਕਨੋਮਿਕਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ, ਬਿਲਕੁਲ ਬੇਸਿਕ ਕੁਐਸਚਨ ਹੈ ਜੀ। ਓਪਨ ਮਾਰਕੀਟ ਆਪਰੇਸ਼ਨਸ, ਵਾਟ ਆਰ ਓਪਨ ਮਾਰਕੀਟ ਆਪਰੇਸ਼ਨਸ। ਤਾਂ RBI ਜਦੋਂ ਗਵਰਨਮੈਂਟ ਸਿਕਿਉਰਿਟੀਜ਼ ਦੇ ਨਾਲ ਜਾਂ ਤਾਂ ਉਹਨੂੰ ਵੇਚੂਗਾ ਜਾਂ ਉਹਨਾਂ ਨੂੰ ਖਰੀਦੂਗਾ, ਟ੍ਰੇਡ ਕਰੂਗਾ, ਉਹਨੂੰ ਕੀ ਕਹਿੰਦੇ ਆਪਾਂ, ਓਪਨ ਮਾਰਕੀਟ ਆਪਰੇਸ਼ਨਸ। RBI ਕੁਛ ਵੀ ਗਵਰਨਮੈਂਟ ਸਿਕਿਉਰਿਟੀਜ਼ ਵੇਚ ਸਕਦਾ ਹੈ ਤੇ ਖਰੀਦ ਵੀ ਸਕਦਾ ਓਪਨ ਮਾਰਕੀਟ ਆਪਰੇਸ਼ਨਸ ਦੇ ਵਿੱਚ। ਕਿਉਂ ਕਰਦਾ RBI ਇਹ ਚੀਜ਼ਾਂ, ਹਾਂਜੀ। RBI ਨੇ ਆਪਣੇ ਦੇਸ਼ ਦੇ ਵਿੱਚ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਪੋਲਿਸੀ ਜਾਰੀ ਕਰਨੀ ਹੈ। ਮਤਲਬ ਇਨਫਲੇਸ਼ਨ ਨੂੰ ਇੱਕ ਪਰਟੀਕੂਲਰ ਦਰ ਦੇ ਉੱਪਰ ਫਿਕਸ ਕਰਨਾ, ਉਹਦੇ ਲਈ ਕੀਤਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਜਿਹੜੇ GK ਦੇ ਕੁਐਸਚਨ ਸੀਗੇ ਵਿਦ ਉਹਨਾਂ ਦੀ ਐਕਸਪਲੇਨੇਸ਼ਨ ਸੀ, ਜਿਹੜੇ ਪ੍ਰੀਵੀਅਸ ਈਅਰ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਸਬ ਇੰਸਪੈਕਟਰ ਲੈਵਲ ਦੇ ਵਿੱਚ ਆਏ ਹੋਏ ਆ। ਤਾਂ ਇਹ ਆਪਣੇ ਕੋਲ ਲਾਸਟ ਈਅਰ ਵਾਲੇ ਕੁਐਸਚਨ ਸੀ। ਇਸ ਤੋਂ ਬਾਅਦ ਆਪਾਂ ਕੀ ਹੈ, ਇੱਕ ਕੰਪਲੀਟ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ MCQs ਦੀ, ਪੰਜਾਬ ਪੁਲਿਸ ਵਾਸਤੇ ਸਪੈਸ਼ਲੀ। ਤੁਸੀਂ ਅਗਰ ਪ੍ਰਿਪੇਅਰ ਕਰ ਰਹੇ ਹੋ ਪੰਜਾਬ ਪੁਲਿਸ ਵਾਸਤੇ, ਦੋਨੋਂ ਹੀ ਲੈਵਲ ਕਵਰ ਕਰਵਾਵਾਂਗੇ, ਕੌਂਸਟੇਬਲ ਪਲੱਸ ਸਬ ਇੰਸਪੈਕਟਰ ਪਲੱਸ ਜੇਲ ਵਾਰਡਰ। ਠੀਕ ਹੈ ਜੀ। ਤਾਂ ਤੁਸੀਂ ਅਗਰ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਵੀਡੀਓਜ਼ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਠੀਕ ਹੈ, ਉਹ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਥੈਂਕ ਯੂ ਵੈਰੀ ਮਚ।